ਜਿਹੜੇ ਸਾਡੇ ਸਪੀਕਰ ਹੈਗੇ, ਇਹਨਾਂ ਦਾ ਨਾਂ ਹੈਗਾ ਡਾਕਟਰ ਪ੍ਰੋਫੈਸਰ ਸੁਖਦੇਵ ਸਿੰਘ ਜੀ। ਇਹ ਅੱਜ ਕੱਲ੍ਹ ਤੇ ਰਹਿੰਦੇ ਆ ਬਰੈਂਪਟਨ, ਗ੍ਰੇਟਰ ਟੋਰਾਂਟੋ ਵਿੱਚ, ਬਟ ਹੀ ਹੈਜ਼ ਬੀਨ ਏ ਪ੍ਰੋਫੈਸ਼ਨਲ MSc ਹੈਗੀ ਇਹਨਾਂ ਦੀ ਆਨਰਸ ਬਾਇਓਲੋਜੀ ਦੀ, ਤੇ ਉਸ ਤੋਂ ਬਾਅਦ ਇਹਨਾਂ ਨੇ PhD ਬਾਇਓਲੋਜੀ ਵਿਦ ਮੇਜਰ ਇਮਿਊਨੋਲੋਜੀ। ਅੱਜ ਕੱਲ੍ਹ ਆਪਾਂ ਇਮਿਊਨ ਸਿਸਟਮ ਦੀ ਬੜੀ ਗੱਲ ਕਰਦੇ ਹਾਂ, ਤੇ ਇਹ ਇਹਨਾਂ ਦੇ ਵਿੱਚ ਇਹਨਾਂ ਨੇ PhD ਕੀਤੀ ਹੋਈ ਹੈ। Then he is holder of DAE, which means Department of Atomic Energy, ਵਿੱਚ ਉਹਨਾਂ ਨੇ ਫੈਲੋਸ਼ਿਪ ਕੀਤੀ ਹੈ। ਤੇ ਉਸ ਤੋਂ ਬਾਅਦ ਇਹਨਾਂ ਨੇ ਇੰਡੋ ਫ੍ਰੈਂਚ ਕਲਚਰਲ ਐਕਸਚੇਂਜ ਪ੍ਰੋਗਰਾਮ ਵਿੱਚ ਇਮਿਊਨੋਲੋਜੀ 'ਚ ਇਹਨਾਂ ਨੇ ਕੰਮ ਕੀਤਾ ਹੋਇਆ, ਤੇ ਉਹਦੇ ਵਾਸਤੇ he was deputed to France, where he was blessed to work with Professor Jean Dosset. I hope I am pronouncing it right. ਜਿਨ੍ਹਾਂ ਦੇ ਨਾਲ ਇਹਨਾਂ ਨੇ 3 ਸਾਲ ਕੰਮ ਕੀਤਾ ਬਲੱਡ ਡਿਸਆਰਡਰ ਹਸਪੀਟਲ ਵਿੱਚ, ਤੇ ਉਸ ਤੋਂ ਬਾਅਦ ਉੱਥੇ ਡਾਇਰੈਕਟਰ ਵੀ ਰਹੇ ਹਨ। ਜਿਹੜਾ ਜੀਨ ਡੋਸੇ ਹੈ, ਹੀ ਵਾਜ਼ ਏ ਨੋਬਲ ਲੋਰੀਏਟ, ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਹੋਇਆ ਸੀ, ਜਿਨ੍ਹਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਹੈ। ਤੇ ਉਹ ਤੋਂ ਬਾਅਦ ਇਹਨਾਂ ਨੇ ਮੈਨੂੰ ਦੱਸ ਰਹੇ ਹੈ ਕਿ ਇਹਨਾਂ ਨੇ ਤਕਰੀਬਨ 80 ਰਿਸਰਚ ਪੇਪਰ ਜਾਂ ਆਰਟੀਕਲ ਪਬਲਿਸ਼ ਕੀਤੇ ਹੋਏ ਹੈ, ਸੈਵਰਲ ਰਿਸਰਚ ਪ੍ਰੋਜੈਕਟ ਕੀਤੇ ਹੈ। ਹੀ ਇਜ਼ ਡੀਨ ਆਫ ਲਾਈਫ ਸਾਇੰਸਿਸ, ਡਾਇਰੈਕਟਰ ਸਾਇੰਸ ਟੈਕਨੋਲੋਜੀ ਐਂਡ ਹੈਰੀਟੇਜ ਮਿਊਜ਼ੀਅਮ ਦੇ ਹੈਗੇ। He is member of University Syndicate Guru Nanak Dev Ji University। ਤੇ ਇੰਟਰਸਟਿੰਗ ਚੀਜ਼ ਇਹ ਹੈਗੀ ਕਿ 80 ਰਿਸਰਚ ਆਰਟੀਕਲ ਹੈ, ਤੇ ਇਹਨਾਂ ਦੇ ਹੇਠਾਂ 17 ਸਟੂਡੈਂਟਸ ਨੇ ਆਪਣੀਆਂ PhD ਤੇ MPhil ਕੀਤੀ ਹੋਈਆਂ। ਸੋ ਵਿਦ ਦਿਸ ਕਾਈਂਡ ਆਫ ਕੁਆਲੀਫਿਕੇਸ਼ਨ, ਆਈ ਥਿੰਕ ਇਹਨਾਂ ਨੂੰ ਸਿਰ ਝੁਕਾਉਣਾ ਹੀ ਸਾਡਾ ਬਣਦਾ ਫਰਜ਼। ਤੇ ਇਹਨੂੰ ਛੱਡ ਕੇ ਇਹਦੇ ਬਾਵਜੂਦ ਇਹਨਾਂ ਦਾ ਇੰਨਾ ਇੰਟਰਸਟ ਹੈਗਾ ਗੁਰਮਤ ਬਾਰੇ, ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਬਾਰੇ, ਕਿ ਇਹਨਾਂ ਨੇ ਇਹ ਸਪੈਸ਼ਲ ਟੌਪਿਕ ਚੁਣਿਆ ਜਿਹੜਾ ਅੱਜ ਬਾਇਓਲੋਜੀਕਲ ਸਾਇੰਸਿਸ ਐਜ਼ ਟੂਲ ਫਾਰ ਅੰਡਰਸਟੈਂਡਿੰਗ ਸ਼ਬਦ ਗੁਰੂ ਔਰ ਗੁਰਬਾਣੀ। ਸੋ ਇੰਨੇ ਲਫ਼ਜ਼ ਕਹਿੰਦੇ ਹੋਏ ਡਾਕਟਰ ਸਾਹਿਬ, ਜੇ ਮੈਂ ਕੋਈ ਗਲਤ ਜਾਂ ਘੱਟ ਗੱਲ ਕਹਿ ਗਿਆ ਹੋਇਆ ਤਾਂ ਮੈਨੂੰ ਮੁਆਫ ਕਰ ਦੇਣਾ। ਤੇ ਤੁਸੀਂ ਹੁਣ ਆ ਜਾਓ ਸਟੇਜ ਤੇ ਸਾਨੂੰ ਆਪਣੇ ਜਿਹੜੇ ਤੁਹਾਡੇ ਖਿਆਲ ਹੈ ਉਹਨਾਂ ਦੇ ਨਾਲ ਥੋੜਾ ਜਿਹਾ ਸਾਨੂੰ ਚਾਨਣਾ ਉੱਤੇ ਪਾ ਕੇ ਤੇ ਸਾਨੂੰ ਸਮਝਾਓ ਜੀ। ਡਾਕਟਰ ਸਾਹਿਬ, ਡਾਕਟਰ ਸੁਖਦੇਵ ਸਿੰਘ ਜੀ ਫਰੋਮ ਗ੍ਰੇਟਰ ਟੋਰਾਂਟੋ। ਆਓ ਜੀ ਡਾਕਟਰ ਸਾਹਿਬ, ਤੁਹਾਡੇ ਦਰਸ਼ਨ ਕਰੀਏ ਤੇ ਨਾਲ ਹੀ ਗੱਲ ਕਰੋ। ਤੁਸੀਂ ਡਾਕਟਰ ਸਾਹਿਬ, ਤੁਸੀਂ ਮੀਟ ਕੀਤਾ ਹੋਇਆ ਲੱਗਦਾ ਜੀ। ਡਾਕਟਰ ਸੁਖਦੇਵ ਸਿੰਘ ਜੀ ਕਿਤੇ ਡਿਸਕਨੈਕਟ ਤਾਂ ਨਹੀਂ ਹੋ ਗਏ? ਡਾਕਟਰ ਸੁਖਦੇਵ ਸਿੰਘ, ਤੁਸੀਂ ਹਾਲੇ ਤਾਂ ਬੈਠੇ ਹੋਏ ਸੀਗੇ ਆਲਰੇਡੀ ਪਹਿਲਾਂ। They haven't turned on their audio. ਡਾਕਟਰ ਸੁਖਦੇਵ ਸਿੰਘ ਜੀ, ਤੁਸੀਂ ਅਨਮਿਊਟ ਕਰ ਲਓ ਆਪਣੇ ਆਪ ਨੂੰ, ਖੱਬੇ ਪਾਸੇ ਥੱਲੇ ਹੈਗਾ ਮਾਈਕ। ਵਾਹਿਗੁਰੂ, ਆਡੀਬਲ ਹੈ ਜੀ? ਹਾਂਜੀ ਹੁਣ ਠੀਕ ਹੈ। ਹਾਂਜੀ ਆਓ ਜੀ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਸਤਸੰਗੀ ਜਨੋ, ਗੁਰੂ ਦੇ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਮਨ ਖੁਸ਼ ਹੋਇਆ ਆਪ ਜੀ ਦੇ ਦਰਸ਼ਨ ਕਰਕੇ, ਐਸੀ ਸੰਗਤ ਔਰ ਹੋਰ ਵੀ ਜਿਹਦੇ ਵਿੱਚ ਬਹੁਤ ਸਾਰੇ ਵਿਦਵਾਨ ਨੇ, ਡਾਕਟਰਸ ਨੇ ਔਰ ਮੈਡੀਕਲ ਪ੍ਰੋਫੈਸ਼ਨ ਦੇ ਨੇ। ਔਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਸਪੀਕਰ ਦਾ ਟੌਪਿਕ ਐਸਾ ਹੁੰਦਾ ਹੈ ਕਿ ਜੇ ਆਡੀਅנס ਉਸ ਰੰਗ ਦੀ ਨਾ ਮਿਲੇ ਤੇ ਉਹ ਕਈ ਵਾਰੀ ਉਹ ਗੱਲ ਨਹੀਂ ਬਣਦੀ। ਸੋ ਇਸ ਗੱਲ ਦੀ ਮੈਨੂੰ ਬਹੁਤ ਹੀ ਖੁਸ਼ੀ ਹੈ। ਔਰ ਗਲੋਬਲ ਗੁਰਮਤ ਵਿਚਾਰ ਵੈਬੀਨਾਰ ਗਰੁੱਪ ਜੋ ਹੈ, ਮੈਂ ਇਹਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਮੇਰੇ ਅਦਨੇ ਜਿਹੇ ਇਨਸਾਨ ਨੂੰ ਆਪ ਜੀ ਨੇ ਮੌਕਾ ਬਖਸ਼ਿਆ। ਔਰ ਇਸ ਗਰੁੱਪ ਨੂੰ ਡਾਕਟਰ ਸਾਹਿਬ ਡਾਕਟਰ ਜਸਵੰਤ ਸਿੰਘ ਜੀ ਬਾਖੂਬੀ, ਬੜੇ ਚਾਅ ਤੇ ਬੜੇ ਉਮਾਦ ਦੇ ਨਾਲ ਚਲਾ ਰਹੇ ਨੇ। ਇਸ ਗੱਲ ਦੀ ਹੋਰ ਵੀ ਖੁਸ਼ੀ ਹੈ। ਔਰ ਇਸ ਤੋਂ ਪਹਿਲਾਂ ਕਿ ਮੈਂ ਸ਼ੁਰੂ ਕਰਾਂ, ਮੈਂ ਤਹਿ ਦਿਲੋਂ ਧੰਨਵਾਦੀ ਹਾਂ ਡਾਕਟਰ ਤੇਜੀ ਸਾਹਿਬ ਜੀ ਦਾ ਵੀ, ਜਿਨ੍ਹਾਂ ਨੇ ਮੇਰੇ ਖਿਆਲ 'ਚ ਉਹ ਵੀ ਆਏ ਸਨ ਸ਼ੁਰੂ 'ਚ, ਹੁਣ ਇਸ ਵੇਲੇ ਮੈਨੂੰ ਨਜ਼ਰ ਨਹੀਂ ਆ ਰਹੇ। ਉਹਨਾਂ ਨੇ ਵੀ ਮਤਲਬ ਜਿਹੜੀ ਮੇਨ ਕੰਟਰੀਬਿਊਸ਼ਨ ਉਹਨਾਂ ਦੀ ਹੈ ਕਿ ਉਹਨਾਂ ਨੇ ਮੈਨੂੰ ਡਾਕਟਰ ਸਾਹਿਬ ਦੇ ਨਾਲ, ਡਾਕਟਰ ਜਸਵੰਤ ਸਿੰਘ ਜੀ ਦੇ ਨਾਲ ਇੰਟਰੋਡਿਊਸ ਕਰਾਇਆ। ਔਰ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਤਾਂ ਹੀ ਅੱਜ ਆਪ ਜੀ ਦੀ ਸੰਗਤ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਤੋ ਆਓ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਜਿਵੇਂ ਡਾਕਟਰ ਸਾਹਿਬ ਨੇ ਸਰਕੂਲੇਟ ਕੀਤਾ ਹੈ ਟੌਪਿਕ ਕਿ ਅੰਡਰਸਟੈਂਡਿੰਗ ਗੁਰਬਾਣੀ ਥਰੂ ਬਾਇਓਲੋਜੀਕਲ ਸਾਇੰਸਿਸ, ਸ਼ਬਦ ਗੁਰੂ ਨੂੰ ਜੀਵ ਵਿਗਿਆਨ ਰਾਹੀਂ ਸਮਝਣ ਦਾ ਵਿਧੀ ਵਿਧਾਨ। ਥੋੜੀ ਜਿਹੀ ਮੈਂ ਬੈਕਗਰਾਊਂਡ ਦੱਸ ਦਿਆਂ। ਆਪ ਜੀ ਨੂੰ ਸੁਣਾਈ ਦੇ ਰਿਹਾ ਨਾ ਡਾਕਟਰ ਸਾਹਿਬ ਪੂਰਾ? ਹਾਂਜੀ ਹਾਂਜੀ ਬਿਲਕੁਲ ਬਿਲਕੁਲ।
ਕਿ ਸਤਿਗੁਰ ਦੀ ਬਾਣੀ ਸ਼ਬਦ ਗੁਰੂ ਜੋ ਹੈ ਇਹ ਆਪਣੇ ਆਪ ਦੇ ਵਿੱਚ ਸੰਪੂਰਨ ਹੈ। ਇਹਦੇ ਉੱਤੇ ਜੇ ਅਸੀਂ ਕਹੀਏ ਵੀ ਕੋਈ ਖੋਜ ਕਰੀਏ ਅਸੀਂ, ਐਸੀ ਕੋਈ ਗੱਲ ਨਹੀਂ। ਇਹ ਤੱਤ ਗਿਆਨ ਹੈ, ਕਰਤਾ ਪੁਰਖ ਦੇ ਬੋਲ ਨੇ, ਬਾਣੀ ਵੀ ਦੱਸਦੀ ਆ, ਆਪਾਂ ਸਾਰੇ ਇਹਨੂੰ ਭਲੀ ਭਾਂਤ ਜਾਣਦੇ ਹਾਂ। ਪਰ ਕਿਉਂ ਅਸੀਂ ਇਧਰੋਂ ਉਧਰੋਂ ਕੁਝ ਟੂਲਸ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ? ਉਸ ਦਾ ਕਾਰਨ ਹੈ ਕਿ ਪਿਛਲੇ 50-60 ਸਾਲ ਦੇ ਵਿੱਚ ਹਰ ਕਿਸਮ ਦੀ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ ਔਰ ਉਹਦਾ ਸੁਸਾਇਟੀ ਨੂੰ ਫਾਇਦਾ ਵੀ ਬਹੁਤ ਹੋਇਆ, ਭਾਵੇਂ ਉਹ ਮੈਡੀਕਲ ਸਾਇੰਸ ਹੈ, ਭਾਵੇਂ ਬਾਇਓਲੋਜੀਕਲ ਸਾਇੰਸ ਹੈ, ਜਾਂ ਕੈਮੀਕਲ ਸਾਇੰਸਿਸ ਨੇ, ਜਾਂ ਸੋਸ਼ਲ ਸਾਇੰਸਿਸ ਨੇ, ਜਾਂ ਫਿਜ਼ੀਕਲ ਹੋਰ ਸਾਇੰਸਿਸ ਨੇ। ਪਰ ਉਹਦੇ ਨਾਲ ਇਹ ਹੋਇਆ ਕਿ ਜਿਹੜਾ ਸਟੂਡੈਂਟ ਸੀ ਉਹ ਉਸ ਨੂੰ ਇੱਕ ਖਾਸ ਕਿਸਮ ਦਾ ਟੂਲ ਮਿਲ ਗਿਆ ਕਿ ਉਹ ਰੈਸ਼ਨਲ ਨੂੰ ਸਮਝਣ ਲੱਗ ਪਿਆ ਤੇ ਹਰ ਇੱਕ ਚੀਜ਼ ਦੇ ਵਿੱਚ ਉਹ ਪ੍ਰਿੰਸੀਪਲ ਨੂੰ ਖੋਜ ਕਰਨ ਲੱਗ ਪਿਆ, ਕਿਉਂਕਿ ਜਿਸ ਵੇਲੇ ਉਸ ਚੀਜ਼ ਦਾ ਪ੍ਰਿੰਸੀਪਲ ਸਮਝ ਲੈਂਦਾ ਹੈ ਤਾਂ ਉਸ ਨੂੰ ਬੜੇ ਆਰਾਮ ਨਾਲ ਉਸ ਸਬਜੈਕਟ ਦੀ ਸਮਝ ਆ ਜਾਂਦੀ ਹੈ। ਪਰੰਤੂ ਸਤਿਗੁਰ ਦੀ ਬਾਣੀ ਦੀ ਬੁਲੰਦੀ ਇੰਨੀ ਜ਼ਿਆਦਾ ਹੈ, ਇਹ ਇੰਨੀ ਐਡਵਾਂਸ ਹੈ ਕਿ ਇਹਦੇ ਵਿੱਚ ਹੁਣ ਤੱਕ ਜਿਹੜਾ ਟੂਲ ਨੇ ਬੜਾ ਬਾ ਕਮਾਲ ਕੰਮ ਕੀਤਾ ਹੈ ਉਹ ਹੈ ਯਕੀਨ, ਫੇਥ। ਕਿਉਂਕਿ ਇਸ ਦੇ ਵਿੱਚ ਪਹਿਲਾਂ ਫੇਥ ਕਰਨਾ ਪੈਂਦਾ ਹੈ, ਫੇਰ ਸਿੱਟੇ ਪ੍ਰਾਪਤ ਹੁੰਦੇ ਹਨ। ਆਪ ਜੀ ਬੜੀ ਭਲੀ ਭਾਂਤ ਸਮਝਦੇ ਹੋ। ਪਰ ਕਿਉਂਕਿ ਸਾਡੀ ਆਡੀਅנס ਦਿਨੋਂ ਦਿਨ ਪੜ੍ਹਦੀ ਗਈ, ਮਾਡਰਨ ਪੀੜ੍ਹੀ ਜਿਹੜੀ ਸੀ ਉਹ ਜਿਵੇਂ ਜਿਵੇਂ ਪੜ੍ਹਦੀ ਗਈ ਉਹਨੂੰ ਲੱਗਾ ਵੀ ਸਾਇੰਸ ਹੀ ਸਭ ਕੁਝ ਹੈ। ਉਹਦੇ ਨਾਲ ਬਹੁਤ ਕੁਝ ਪ੍ਰਾਪਤ ਹੋਇਆ, ਪਰ ਜਿਹੜਾ ਸਰਬ ਕਲਾ ਸਮਰੱਥ ਪ੍ਰਭੂ ਸੀ ਜੋ ਕਿ ਬਾਣੀ ਦੇ ਰਾਹੀਂ ਸਾਨੂੰ ਪ੍ਰਾਪਤ ਹੋਣਾ ਸੀ, ਉਹਦੇ ਵੱਲੋਂ ਸਾਡੇ ਪੈਰ ਖਿਸਕਣੇ ਸ਼ੁਰੂ ਹੋ ਗਏ। ਔਰ ਅੱਜ ਇੰਜ ਲੱਗਦਾ ਹੈ ਕਿ ਠੀਕ ਹੈ ਕੁਝ ਪਰਸੈਂਟੇਜ ਥੋੜੀ ਬਹੁਤੀ ਬੱਚੇ ਸਮਝਦੇ ਹੋਣਗੇ, ਪਰ ਜ਼ਿਆਦਾਤਰ ਇਹ ਹੀ ਸਮਝਦੇ ਨੇ ਕਿ ਸਾਇੰਸ ਹੀ ਸਭ ਕੁਝ ਹੈ, ਜਾਂ ਜੋ ਕੁਝ ਬਾਕੀ ਫਿਜ਼ੀਕਲ ਡਿਵੈਲਪਮੈਂਟ ਹੈ, ਪਦਾਰਥ ਹੀ ਸਭ ਕੁਝ ਹੈ। ਔਰ ਸਤਿਗੁਰ ਦੀ ਬਾਣੀ ਕੇਵਲ ਭਾਈ ਸਾਹਿਬ ਜੀ ਦੇ ਪੜ੍ਹਨ ਦਾ ਹੀ ਵਿਸ਼ਾ ਹੈ ਔਰ ਇੱਕ ਰਿਚੁਅਲ ਜਿਹਾ ਬਣ ਕੇ ਜਿਹੜਾ ਹੈ ਨਾ ਉਹ ਸਾਡੇ ਸਾਹਮਣੇ ਬਹੁਤਾਤ ਵਿੱਚ ਪੇਸ਼ ਆਉਂਦਾ ਹੈ। ਭਾਵੇਂ ਬਹੁਤ ਸਾਰੀ ਸੰਗਤ ਦੀ ਕੋਸ਼ਿਸ਼ ਇਹੋ ਹੀ ਹੈ ਕਿ ਬਾਣੀ ਸਰਬ ਸਾਂਝੀ ਹੋਣ ਕਰਕੇ ਸਾਰੇ ਪਹੁੰਚੇ, ਇਹਦੇ ਫਾਇਦੇ ਹਰ ਇੱਕ ਨੂੰ ਮਿਲਣ, ਪਰ ਉਹ ਫਾਇਦੇ ਤਾਂ ਹੀ ਮਿਲ ਸਕਦੇ ਆ, ਸਾਡਾ ਜੀਵਨ ਤਾਂ ਹੀ ਉਸ ਲੈਵਲ ਤੱਕ ਸਕਦਾ ਹੈ ਜੇ ਅਸੀਂ ਇਸ ਬਾਣੀ ਨੂੰ ਜੀ ਸਕੀਏ। ਤੇ ਬਾਣੀ ਨੂੰ ਜੀਣ ਵਾਸਤੇ ਬੜਾ ਜ਼ਰੂਰੀ ਹੈ ਕਿ ਜਿਹੜਾ ਤੁਸੀਂ ਨਾ, ਜਿਵੇਂ ਸਤਿਗੁਰ ਦੀ ਬਾਣੀ ਦੇ ਵਿੱਚ ਆਉਂਦਾ ਹੈ ਕਿ ਪੜ੍ਹਿਆ ਹੋਵੇ ਗੁਨਹਗਾਰ ਓਮੀ ਸਾਧ ਨਾ ਮਾਰੀਏ। ਭਈ ਜਿਹੜਾ ਤੇ ਆਮ ਸਧਾਰਨ ਬੰਦਾ ਹੈ ਉਹ ਤਾਂ ਸਤਨਾਮ ਕਹਿ ਕੇ, ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਅੱਜ ਤੋਂ 100 ਸਾਲ ਪਿਛਾਂਹ ਨੂੰ ਚਲੇ ਜਾਈਏ ਤੇ ਜੋ ਕੁਝ ਭਾਈ ਸਾਹਿਬ ਜੀ ਕਹਿ ਦਿੰਦੇ ਸਤਿਗੁਰ ਦੀ ਬਾਣੀ ਦੇ ਬਾਰੇ, ਸਤ ਕਰਕੇ ਸੰਗਤ ਮੰਨ ਲੈਂਦੀ ਔਰ ਜੀਵਨ ਬਦਲਣਾ ਸ਼ੁਰੂ ਹੋ ਜਾਂਦਾ। ਪਰੰਤੂ ਪੜ੍ਹੀ ਲਿਖੀ ਪੀੜ੍ਹੀ ਦੇ ਮਨ ਦੇ ਵਿੱਚ ਕਿੰਤੂ ਪਰੰਤੂ ਇੰਨਾ ਜ਼ਿਆਦਾ ਹੋ ਗਿਆ ਕਿ ਉਹ ਇਸ ਤੋਂ ਦੂਰ ਹੁੰਦੀ ਗਈ। ਔਰ ਉਹ ਹੀ ਕਾਰਨ ਹੈ ਕਿ ਅੱਜ ਸਾਡੇ ਸਾਹਮਣੇ ਬਿਮਾਰੀਆਂ, ਮਾਨਸਿਕ ਤਣਾਅ, ਸਾਰਾ ਕੁਝ ਆਪ ਜੀ ਵੇਖ ਰਹੇ ਹੋ। ਤੋ ਇਹ ਇੱਕ ਲੋੜ ਸੀ ਵੀ ਅਗਰ ਵਿਦਿਆਰਥੀ ਜਿਹੜਾ ਜਿਸ ਈਡੀਐਮ ਨੂੰ ਸਮਝਦਾ ਹੈ ਉਹਨੂੰ ਉਸੇ ਹੀ ਢੰਗ ਦੇ ਨਾਲ ਅਗਰ ਅਸੀਂ ਉਹਦੇ ਤੱਕ ਜਾਈਏ ਸਤਿਗੁਰ ਦੀ ਬਾਣੀ ਨੂੰ ਲੈ ਕੇ, ਤਾਂ ਉਹਦੇ ਜਿਹੜੇ ਸਿੱਟੇ ਆ ਬੜੇ ਵਧੀਆ ਨਿਕਲ ਸਕਦੇ ਆ। ਇਸ ਸੋਚ ਦੇ ਨਾਲ ਜਦੋਂ ਇਹ ਕਾਰਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਆਰੰਭਿਆ ਤਾਂ ਫਿਰ ਸਵਾਲ ਪੈਦਾ ਹੋਇਆ ਕਿ ਹੁਣ ਇਹ ਟੀਚਰ ਲੱਭੇ ਜਾਣ, ਕਿਹੜੇ ਆਪਣੇ ਆਪ ਨੂੰ ਵਲੰਟੀਅਰ ਕਰਨਗੇ। ਤਾਂ ਬਹੁਤ ਜਦੋਜਹਿਦ ਕਰਨ ਤੋਂ ਇਹ ਪਤਾ ਲੱਗਾ ਕਿ ਜਿਨ੍ਹਾਂ ਪਾਸ ਸਤਿਗੁਰ ਦੀ ਬਾਣੀ ਦਾ ਗਿਆਨ ਸੀ ਉਹਨਾਂ ਪਾਸ ਦੁਨਿਆਵੀ ਗਿਆਨ ਨਹੀਂ ਸੀ, ਸਾਇੰਸ ਦਾ ਗਿਆਨ ਨਹੀਂ ਸੀ, ਤੇ ਜਿਨ੍ਹਾਂ ਦੇ ਪਾਸ ਸਤਿਗੁਰ ਦੀ ਬਾਣੀ ਦੀ ਕਿਰਪਾ ਸੀ, ਜਿਨ੍ਹਾਂ ਦੇ ਪਾਸ ਬਾਣੀ ਸੀ ਉਹਨਾਂ, ਜਿਨ੍ਹਾਂ ਦੇ ਪਾਸ ਸਤਿਗੁਰ ਦੀ ਬਾਣੀ ਸੀ ਉਹਨਾਂ ਪਾਸ ਸਾਇੰਸ ਨਹੀਂ ਸੀ। ਤੋ ਇਸ ਡਾਇਲੇਮਾ ਦੇ ਵਿੱਚ, ਕਿਉਂਕਿ ਉਹਦਾ ਕਾਰਨ ਇਹ ਸੀ ਜਿਸ ਚੀਜ਼ ਨੂੰ ਅਸੀਂ ਲੈ ਕੇ ਚੱਲੇ ਸਾਂ
ਕਿ ਵਿਦਿਆਰਥੀ ਜਿਹੜਾ ਹੈ ਉਹ ਆਪਣੇ ਅਧਿਆਪਕ ਦੀ ਗੱਲ ਬਹੁਤ ਮੰਨਦਾ ਹੈ। ਆਪਾਂ ਅੱਜ ਵੀ ਘਰਾਂ 'ਚ ਵੇਖਦੇ ਹਾਂ ਕਿ ਛੋਟਾ ਜਿਹਾ ਬੱਚਾ ਜਿਸ ਵੇਲੇ ਘਰ ਆਣ ਕੇ ਸਕੂਲ ਦਾ ਕੰਮ ਕਰਨਾ ਸ਼ੁਰੂ ਕਰਦਾ ਹੈ, ਆਪਾਂ ਨੂੰ ਕਹੀਏ ਵੀ ਬੇਟਾ ਤੂੰ ਆਹ ਚੀਜ਼ ਐਵੇਂ ਕਰ ਲਾ, ਉਹ ਕਹਿੰਦਾ ਨਹੀਂ ਮੇਰੀ ਟੀਚਰ ਨੇ ਆਹ ਗੱਲ ਕਹੀ ਸੀ। ਭਾਵ ਵੀ ਟੀਚਰ ਦਾ ਇੰਨਾ ਜ਼ਿਆਦਾ ਇੰਪ੍ਰੈਸ਼ਨ ਹੈ ਕਿ ਜੋ ਟੀਚਰ ਕਹੇਗਾ, ਔਰ ਇਹ ਆਪਾਂ ਆਪ ਜੀ ਸਾਰੇ ਬਹੁਤ ਇੰਟੈਲੀਜੈਂਟ ਪੜ੍ਹੇ ਲਿਖੇ ਵਿਦਵਾਨ ਬੈਠੇ ਹੋ, ਡਾਕਟਰਸ ਬੈਠੇ ਹੋ, ਸਾਇੰਟਿਸਟ ਬੈਠੇ ਹੋ, ਆਪ ਜੀ ਸਮਝਦੇ ਹੋ ਕਿ a professor who is academically sound, when he speaks everybody listens, and they go according to the students, they accept that, and then they really accept whatever has been said, and they try to implicate here and there and translate those things into reality. तो ये जिस ਵੇਲੇ ਮੁਸ਼ਕਲ ਆਈ ਕਿ ਜਿਨ੍ਹਾਂ ਪਾਸ ਦੁਨਿਆਵੀ ਗਿਆਨ ਸੀ ਉਹਨਾਂ ਪਾਸ ਸਤਿਗੁਰ ਦੀ ਬਾਣੀ ਨਹੀਂ ਸੀ, ਉਹ ਬਿਲਕੁਲ ਕੋਰੇ ਸਨ। ਪਤਾ ਲੱਗਾ ਵੀ ਨਿਤਨੇਮ ਤੱਕ ਵੀ ਪਹੁੰਚ ਨਹੀਂ ਹੈ। ਇੱਥੋਂ ਤੱਕ ਵੀ ਪਤਾ ਲੱਗਾ ਵੀ ਜੇ ਉਹਨਾਂ ਨੂੰ ਕਿਤੇ ਗੁਰੂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰ ਲਈਏ ਤੇ ਉਹ ਸ਼ਰਮਾ ਜੇ ਜਾਂਦੇ ਆ, ਬਲਸ਼ ਕਰ ਜਾਂਦੇ ਅੱਗੋਂ। ਤਾਂ ਫਿਰ ਸਾਨੂੰ ਇਸ ਗੱਲ ਤੇ ਮਾਯੂਸੀ ਹੋਈ। ਪਰ ਇੱਕ ਦੋ ਟੀਚਰ ਐਸੇ ਨਿਤਰੇ, ਇੱਕ ਦਾ ਕੈਮਿਸਟਰੀ ਦਾ ਟੀਚਰ, ਇੱਕ ਦਾਸ ਨੇ ਹਿੰਮਤ ਕੀਤੀ। ਮੈਂ ਕਿਹਾ ਕੋਈ ਨਹੀਂ ਆਪਾਂ ਸ਼ੁਰੂ ਕਰੀਏ, ਵਾਹਿਗੁਰੂ ਕਿਰਪਾ ਕਰੇਗਾ। ਤਾਂ ਐਸਾ ਸਤਿਗੁਰੂ ਨੇ ਕਿਰਪਾ ਕੀਤੀ ਕਿ 10 ਤੋਂ 12 ਮਿੰਟ ਕਹਿ ਲਓ ਜਾਂ 5-7 ਮਿੰਟ ਤੋਂ ਲੈ ਕੇ 7-8 ਮਿੰਟ 10 ਮਿੰਟ ਤੱਕ ਹਰ ਲੈਕਚਰ ਦੇ ਐਂਡ ਤੇ ਐਸੀ ਕਿਰਪਾ ਕਰਦੇ ਸਤਿਗੁਰ ਕਿ ਹਰ ਇੱਕ ਸਬਜੈਕਟ ਚੋਂ ਹੀ ਜੋ ਹੀ ਪੜ੍ਹਾਇਆ, ਜਿਸ ਤਰ੍ਹਾਂ ਮੇਰੇ ਪਾਸ ਸੀ ਡਿਵੈਲਪਮੈਂਟਲ ਬਾਇਓਲੋਜੀ ਸੀ, ਮੋਲੀਕੂਲਰ ਬਾਇਓਲੋਜੀ ਸੀ, DNA RNA ਬਿਜ਼ਨਸ ਸੀਗਾ, ਔਰ ਉਸ ਤੋਂ ਇਲਾਵਾ ਮੇਨ ਇਮਿਊਨੋਲੋਜੀ ਸੀ, ਕਿ ਹਰ ਇੱਕ ਜਗ੍ਹਾ ਸਤਿਗੁਰ ਦੀ ਬਾਣੀ ਦੀ ਝਲਕ ਪਈ। ਔਰ ਉਹਦੇ ਵਿੱਚੋਂ ਹੀ ਅੱਜ ਦਾ ਟੌਪਿਕ ਜੋ ਹੈ ਆਪ ਜੀ ਦੇ ਸਾਹਮਣੇ ਹੈ ਕਿ ਅੰਡਰਸਟੈਂਡਿੰਗ ਗੁਰਬਾਣੀ ਥਰੂ ਬਾਇਓਲੋਜੀਕਲ ਸਾਇੰਸਿਸ। ਇਹਦੇ 'ਚ ਛੋਟਾ ਜਿਹਾ ਇੱਕ ਏਰੀਆ ਆਪਾਂ ਸਿਲੈਕਟ ਕੀਤਾ ਹੈ ਜੋ ਕਿ ਗਰਭ ਕਾਲ ਦਾ ਬੱਚਾ ਹੈ। ਆਪ ਜੀ ਉਸ ਨੂੰ ਮਨ ਦੇ ਵਿੱਚ ਵਸਾਓ, ਆਪਣੀਆਂ ਬਿਰਤੀਆਂ ਉੱਥੇ ਖੜੋ, ਔਰ ਉਹ ਜੋ ਗਰਭ ਕਾਲ ਦਾ ਬੱਚਾ ਹੈ, all doctors they know ਕਿ that is an allograft in the womb of the mother। ਉਹ ਆਪਣੀ ਮਾਤਾ ਦੇ ਗਰਭ ਦੇ ਵਿੱਚ, ਉਦਰ ਦੇ ਵਿੱਚ ਇੱਕ ਮਿਸਮੈਚ ਹੈ, ਐਲੋਗ੍ਰਾਫਟ ਹੈ। ਪਰ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਉਹਦਾ ਉੱਥੇ ਸਰਵਾਈਵਲ ਭਾਵੇਂ ਪੋਸੀਬਲ ਨਹੀਂ ਹੈ। ਤਾਂ ਸਤਿਗੁਰ ਨੇ ਐਸੀ ਕਿਰਪਾ ਕੀਤੀ ਹੈ, ਬਾਣੀ ਇਸ ਚੀਜ਼ ਨੂੰ ਖੋਲ੍ਹਦੀ ਹੈ A to Z ਤੱਕ, ਭਈ ਕਿਵੇਂ ਇਸ ਨੂੰ ਉੱਥੇ ਟਿਕਾਇਆ ਹੈ ਪ੍ਰਭੂ ਨੇ ਆਪਣੀ ਸਮਰੱਥਾ ਦੇ ਰਾਹੀਂ। ਔਰ ਉਸ ਸਮਰੱਥਾ ਕਰਕੇ ਉੱਥੇ ਪ੍ਰੋਟੈਕਸ਼ਨ ਦੇਣ ਕਰਕੇ ਜਿਹੜਾ ਬੱਚਾ ਹੈ ਉਹ ਆਪਣੀ ਜਿਹੜੀ ਹੈ ਨਾਰਮਲ ਟਰਮ ਪੂਰੀ ਕਰ ਲੈਂਦਾ ਹੈ। ਨਾਰਮਲ ਡਿਲੀਵਰੀ ਉਹਦੀ ਹੋ ਜਾਂਦੀ ਹੈ ਬਾਈ ਐਂਡ ਲਾਰਜ। ਇਨ ਮੋਸਟ ਕੇਸਿਸ ਨੋ ਡਾਊਟ ਕੰਪਲੀਕੇਸ਼ਨਸ ਆਉਂਦੀਆਂ, ਉਹ ਇੱਕ ਵੱਖਰਾ ਵਿਸ਼ਾ ਹੈ ਮੈਡੀਕਲ ਸਾਇੰਸ ਦਾ। ਲੇਕਿਨ ਪ੍ਰਭੂ ਨੇ ਉਹਨੂੰ ਪੂਰਨ ਰੂਪ ਦੇ ਵਿੱਚ ਉੱਥੇ ਜਿਹੜੀ ਹੈਗੀ ਆ ਪ੍ਰੋਟੈਕਸ਼ਨ ਮੁਹੱਈਆ ਕੀਤੀ ਹੈ। ਸਮਰੱਥ ਹੈ ਸਤਿਗੁਰ, ਔਰ ਉਸ ਨੂੰ ਰੱਖ ਕਿਹਾ ਗਿਆ ਹੈ। ਜਿਵੇਂ ਆਪਾਂ ਆਮ ਸ਼ਬਦ ਵਿੱਚ ਕਹਿ ਦਿੰਦੇ ਹਾਂ ਤੈਨੂੰ ਰੱਬ ਦੀਆਂ ਰੱਖਾਂ, ਜਾਂ ਰੱਖ ਸ਼ਬਦ ਜਿਹੜਾ ਹੈ ਉਹ ਆਪਾਂ ਇਸ ਲਈ ਵੀ ਲੋਕ ਆਮ ਸਧਾਰਨ ਲੋਕ ਉਹਨੂੰ ਤਵੀਤ ਟੂਣਾ ਟਾਈਪ ਵੀ ਵਰਤਦੇ ਆ ਵੀ ਇਹਨੂੰ ਰੱਖ ਕਰਾ ਦਿਓ, ਇਹਨੂੰ ਐਂ ਕਰਾ ਦਿਓ। ਸੋ ਲੇਕਿਨ ਇੱਥੇ ਅਸਲੀ ਰੱਖ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ ਡਿਵੈਲਪਿੰਗ ਫੀਟਸ ਨੂੰ। ਔਰ ਸਤਿਗੁਰ ਦੀ ਬਾਣੀ ਨੇ ਉਹਦੇ ਬੜੇ ਨਾਂ ਰੱਖੇ ਹਨ। 2 ਨਾਂ ਸਭ ਤੋਂ ਮਸ਼ਹੂਰ ਹਨ, ਇੱਕ ਰਾਮਕਾਰ ਹੈ ਔਰ ਦੂਸਰੀ ਰੱਖ ਹੈ। ਔਰ ਇਸ ਤਰ੍ਹਾਂ ਦੇ ਹੋਰ ਵੀ ਸ਼ਬਦ ਜਿਹੜੇ ਆ ਬਹੁਤ ਸਾਰੇ ਬਾਣੀ ਦੇ ਅੰਦਰ ਆਪਾਂ ਨੂੰ ਮਿਲਦੇ ਹਨ। ਤੋ ਆਓ ਆਪਾਂ ਸਤਿਗੁਰਾਂ ਦੇ ਸ਼ਬਦ ਦੇ ਨਾਲ ਦੇਖੀਏ ਵੀ ਇਹ ਰੱਖ ਜਿਹੜੀ ਹੈ ਕੀ ਚੀਜ਼ ਹੈ। ਆਪ ਜੀ ਸਰਵਣ ਕਰੋ। ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ, ਉਥੇ ਤੇਰੀ ਰੱਖ ਅਗਨੀ ਉਦਰ ਮਾਹੀ। ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ, ਉਥੇ ਤੇਰੀ ਰੱਖ ਅਗਨੀ ਉਦਰ ਮਾਹੀ। ਸੁਣ ਕੇ ਜਮ ਕੈ ਦੂਤ ਨਾਏ ਤੇਰੇ ਛੱਡ ਜਾਹੇ, ਭੌਜਲ ਬਿਖਮ ਸਗਾਹਾ ਗੁਰ ਸ਼ਬਦੀ ਪਾਰ ਪਾਹੇ।
जिसनों लगी प्यास अमृत से खाहे, कल में हो पुन गुण गोबिंद गाहे। सबसे नु कृपाल संभाले साहे साहे, बिरथा कोई न जाए जे आवे तो दिया है, जे आवे तो दिया है। हे वाहिगुरु, तिथे तू समर्थ जिथे कोई ना है, जिथे किसी दी भी नहीं चलती, कोई भी पहुंच नहीं कर सकता, उथे हे प्रभु तू सर्व कला संपूर्ण है, तू समर्थ है। और निशानदेही कर दी इस सिचुएशन दी जिथे बच्चा डेवलप हो रहा है, उथे तेरी रख अग्नि उधरमा है। उथे किथे उधर दे विच, in the womb of the mother, only you are protecting. Mother cannot reach there, father cannot reach there. Only you have the approach to rectify the things over there. ਇਹ ਪ੍ਰਭੂ ਤੇਰੀ ਹੀ ਸਮਰੱਥਾ ਹੈ ਉੱਥੇ, ਜਿਸ ਦੇ ਕਰਕੇ ਬੱਚਾ ਜਿਹੜਾ ਹੈ ਉਹ ਉੱਥੇ ਟਿਕਿਆ ਰਹਿੰਦਾ ਹੈ। ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਕਿਉਂ ਰੱਖ ਹੈ? ਅਗਨੀ ਉਧਰਮਾ ਹੈ। ਬੜੀਆਂ ਆਫਤਾਂ ਨੇ ਵਾਹਿਗੁਰੂ ਜੀ ਉੱਥੇ, ਅੱਗ ਵਾਂਗੂ ਭਿਆਨਕ ਸਿਚੁਏਸ਼ਨ ਵੀ ਹੈ। ਔਰ ਬੜਾ ਦੇਰ ਆਪਾਂ ਸੁਣਦੇ ਆਏ ਹਾਂ ਤੇ ਬੱਚਿਆਂ ਨੇ ਸਵਾਲ ਵੀ ਕੀਤਾ ਸਾਨੂੰ ਵੀ ਵੇਖੋ ਜੀ ਅੱਗ ਜਿਹੜੀ ਕਿਸ ਤਰ੍ਹਾਂ ਹੋ ਗਈ। ਕਿਸੇ ਨੇ ਕਿਹਾ ਜੀ ਟੈਂਪਰੇਚਰ ਬੜਾ ਹਾਈ ਹੈ, ਅਸੀਂ ਸੁਣਿਆ ਹੈ ਕਥਾਵਾਚਕਾਂ ਦੇ ਪਾਸੋਂ। ਮੈਂ ਕਿਹਾ ਬਈ ਸਾਰੇ ਠੀਕ ਨੇ, ਇਹਨੂੰ ਆਪਾਂ ਅੱਜ ਸਾਇੰਟੀਫਿਕ ਢੰਗ ਨਾਲ ਦੇਖਾਂਗੇ ਕਿ ਜਿਸ ਅੱਗ ਦਾ ਜਾਂ ਮਹਾ ਅਗਨ ਦਾ ਸਤਿਗੁਰ ਬਾਣੀ ਦੇ ਵਿੱਚ ਜ਼ਿਕਰ ਕਰ ਰਹੇ ਨੇ, ਇਹ ਕਿਹੜੀਆਂ ਆਫਤਾਂ ਨੇ ਜਿਹੜੀਆਂ ਦਰਪੇਸ਼ ਆਉਂਦੀਆਂ ਫੀਟਸ ਨੂੰ ਉੱਥੇ। ਔਰ ਸਤਿਗੁਰ ਨੇ ਅੰਡਰਲਾਈਨ ਕੀਤਾ ਹੈ ਅਗਨੀ ਕਿਆ ਹੈ, ਮਹਾ ਅਗਨੀ ਕਿਆ ਹੈ, ਤੇ ਇਹਦਾ ਮਤਲਬ ਦਿਸ ਇਜ਼ ਸਮਥਿੰਗ ਬਿਯੋਂਡ ਟੈਂਪਰੇਚਰ, ਕਿਉਂਕਿ ਯੂਟਰਸ ਦਾ ਟੈਂਪਰੇਚਰ ਵੀ ਉਹ ਹੈ ਔਰ ਮਤਲਬ ਜਿਹੜਾ ਹੈ ਬਾਡੀ ਦਾ ਵੀ ਟੈਂਪਰੇਚਰ ਉਹ ਹੈ। ਸੋ ਆਪਾਂ ਕੁਆਲੀਫਾਈ ਕਰਾਂਗੇ ਇਸ ਚੀਜ਼ ਨੂੰ। ਸੋ ਦਰਪੇਸ਼ ਜਿਹੜੀਆਂ ਆਫਤਾਂ ਨੇ ਉੱਥੇ, ਉਹਨਾਂ ਤੋਂ ਲੋਕੇਸ਼ਨ ਦੱਸ ਦਿੱਤੀ, ਨਿਸ਼ਾਨਦੇਹੀ ਕਰ ਦਿੱਤੀ ਕਿ ਇਨ ਦੀ ਵੂਮ ਆਫ ਦੀ ਮਦਰ ਦੇਰ ਆਰ ਕੰਪਲੀਕੇਸ਼ਨਸ। ਇਸੇ ਨੂੰ ਹੀ ਬਾਣੀ ਇੱਕ ਹੋਰ ਸ਼ਬਦ ਦੇ ਰਾਹੀਂ ਵੀ ਬਹੁਤ ਬਾਖੂਬੀ ਖੋਲਦੀ ਹੈ ਔਰ ਇਸ ਨੂੰ ਰਾਮਕਾਰ ਕਿਹਾ ਗਿਆ ਹੈ। ਜੋ ਚੀਜ਼ ਨੂੰ ਪ੍ਰੋਟੈਕਸ਼ਨ ਉੱਥੇ ਦੇ ਰਹੀ ਹੈ, ਜਿਸ ਨੂੰ ਰੱਖ ਆਪਾਂ ਹੁਣੇ ਕਿਹਾ ਹੈ ਸਤਿਗੁਰ ਦੀ ਬਾਣੀ ਨੇ, ਉਸ ਨੂੰ ਬਾਣੀ ਰਾਮਕਾਰ ਵੀ ਕਹਿੰਦੀ ਹੈ। ਔਰ ਆਪ ਜੀ ਸਰਵਣ ਕਰੋ। ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ हमारे राम कार, दुख लगे ना पाई, सतगुर पूरा भेटिया जिन बनत बनाई, राम नाम औखद दिया एकाले बलाई, राख लिया तिन रखनहार सब ब्याद मिटाई, कहो नानक कृपा पई प्रभ भय सहाई, ताती वाव न लग गई पार ब्रह्म शरणाई। जो जीव वाहिगुरु ਦੀ ਸ਼ਰਨ ਵਿੱਚ ਸ਼ਰਣਾਈ ਚਾਹੁੰਦਾ ਹੈ, ਸ਼ਰਨ ਚਾਹੁੰਦਾ ਹੈ, ਉਹਨੂੰ ਤੱਤੀ ਵਾਹ ਨਹੀਂ ਲੱਗ ਸਕਦੀ, ਸਤਿਗੁਰ ਦੀ ਬਾਣੀ ਕਹਿ ਰਹੀ ਹੈ। ਔਰ ਬੱਚਾ ਵੀ ਜਿਸ ਵੇਲੇ ਅੰਦਰ ਡਿਵੈਲਪ ਹੋ ਰਿਹਾ, ਵਾਹਿਗੁਰੂ ਨੂੰ ਲੈਵਲ ਆਈ ਹੋਈ ਹੈ, ਉਹ ਭਜਨ ਬੰਦਗੀ ਹੈ, ਸਿਮਰਨ ਦੇ ਵਿੱਚ ਹੈ। ਬਾਣੀ ਇਸ ਨੂੰ ਬਾਖੂਬੀ ਦੱਸਦੀ ਹੈ। ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ। ਉਸ ਵਾਹਿਗੁਰੂ ਨੇ ਸ਼ਰਨ ਵਿੱਚ ਆਉਣ ਕਰਕੇ, ਅਰਦਾਸ ਕਰਨ ਕਰਕੇ ਬੱਚੇ ਦੇ ਚਾਰ ਚਫੇਰੇ, ਇੱਕ ਪ੍ਰੋਟੈਕਸ਼ਨ ਕਹਿ ਲਓ, ਰਾਮਕਾਰ ਬਣਾ ਦਿੱਤੀ, ਇੱਕ ਰਿੰਗ ਬਣਾ ਦਿੱਤੀ, ਪ੍ਰੋਟੈਕਟਿਵ ਰਿੰਗ ਬਣਾ ਦਿੱਤੀ, ਜਿਸ ਨੂੰ ਸਾਇੰਸ ਨੂੰ ਹੁਣ ਆਣ ਕੇ ਸਮਝ ਲੱਗੀ ਹੈ। ਜਦ ਕਿ ਸਤਿਗੁਰ ਦੀ ਬਾਣੀ ਨੇ ਬਹੁਤ ਸਾਰੇ
ਮਤਲਬ ਸੈਂਕੜੇ ਸਦੀਆਂ ਪਹਿਲਾਂ ਇਸ ਚੀਜ਼ ਤੇ ਇੱਥੋਂ ਤੱਕ ਕਿ ਭਗਤ ਧੰਨਾ ਜੀ ਵੀ ਇਸ ਦਾ ਜ਼ਿਕਰ ਕਰਦੇ ਹਨ ਕਿ ਇਸ ਨੂੰ ਪ੍ਰੋਟੈਕਸ਼ਨ ਮਿਲੀ ਹੋਈ ਹੈ ਉੱਥੇ ਜਿੱਥੇ ਬੱਚਾ ਡਿਵੈਲਪ ਹੋ ਰਿਹਾ, ਔਰ 650 ਸਾਲ ਪੁਰਾਣਾ ਉਹ ਸ਼ਬਦ ਹੈ। ਉਸ ਤੋਂ ਬਾਅਦ ਸਤਿਗੁਰ ਦੀ ਬਾਣੀ 'ਚ ਇਹ ਦੋ ਸ਼ਬਦ ਆਪ ਜੀ ਨੇ ਜਿਹੜੇ ਸਰਵਣ ਕੀਤੇ ਹੈ, ਤਾਤੀ ਵਾਉ ਨ ਲੱਗੇ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਕਿ ਸਾਇੰਸ ਦੇ ਵਿੱਚ ਆਪਾਂ ਇਸ ਦੇ ਦਰਸ਼ਨ ਕਰ ਸਕਦੇ ਹਾਂ। ਤੋ ਜਿਵੇਂ ਜਿਵੇਂ ਸਾਇੰਸ ਐਂਡ ਟੈਕਨੋਲੋਜੀ ਨੇ ਤਰੱਕੀ ਕੀਤੀ, ਥੋੜੀ ਉੱਪਰ ਨੂੰ ਉੱਠੀ, ਕਿਉਂਕਿ ਸਤਿਗੁਰ ਦੀ ਬਾਣੀ ਦੇ ਵਿੱਚ ਜਿਹੜੀਆਂ ਟੈਕਨੀਕਸ ਨੇ ਉਹ ਤਾਂ ਕੇਵਲ ਤੇ ਕੇਵਲ ਇੱਕ ਸਮਾਧੀ ਹੈ ਮਾਧਿਅਮ ਕੇ ਜਿਸ ਵੇਲੇ ਇਹ ਸਾਰੇ ਜਿਹੜੇ ਮਹਾਂਪੁਰਸ਼ ਸਨ, ਸਤਿਗੁਰ ਸਨ ਜਾਂ ਭਗਤ ਸਨ, ਇਹ ਪ੍ਰਮਾਤਮਾ ਦੇ ਨਾਲ ਇੱਕਮਿਕ ਹੋਏ। ਇਸੇ ਸ਼ਬਦ ਚ ਅੱਗੇ ਜ਼ਿਕਰ ਕੀਤਾ ਵੀ ਸਾਨੂੰ ਪਤਾ ਕਦੋਂ ਲੱਗਾ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਵੀ ਰਾਮਕਾਰ ਦਾ ਪਤਾ ਕਿੱਥੋਂ ਲੱਗਾ? ਕਹਿੰਦੇ ਆ ਸਤਿਗੁਰ ਦੀ ਬਾਣੀ ਕਹਿੰਦੀ ਹੈ ਕਿ ਜਿਸ ਵਕਤ ਅਸੀਂ ਪ੍ਰਮਾਤਮਾ ਦੇ ਦਰਸ਼ਨ ਕੀਤੇ, ਜਿਹਨੂੰ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਵਾਲੀ ਸਿਚੁਏਸ਼ਨ ਪੈਦਾ ਹੋਈ, ਤੇ ਸਤਿਗੁਰਾਂ ਕਿਹਾ ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਤਾਂ ਉਸ ਅਵਸਥਾ ਦੇ ਵਿੱਚ ਜਿਸ ਵੇਲੇ ਸਤਿਗੁਰ ਗਏ ਤੇ ਨਿਰੰਕਾਰ ਦੇ ਨਾਲ ਇੱਕਮਿਕ ਹੋਏ, ਤੇ ਜੋ ਕੁਛ ਉਹਦੇ ਵਿੱਚ ਵਾਪਰ ਰਿਹਾ ਸੀ ਉਸ ਨੂੰ ਸਤਿਗੁਰ ਨੇ ਆਪਣੇ ਬੋਲਾਂ ਦੇ ਰਾਹੀਂ, ਸਾਨੂੰ ਬਾਣੀ ਦੇ ਰਾਹੀਂ ਸਾਡੇ ਤੱਕ ਪਹੁੰਚਾ ਦਿੱਤਾ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਭਈ ਭਾਈ ਇੱਕ ਬਣਤਰ ਬਣਾ ਕੇ ਉੱਥੇ ਰੱਖ ਦਿੱਤੀ ਗਈ ਹੈ, ਜਿਹੜੀ ਇਸ ਦੀ ਰਾਮਕਾਰ ਦੀ ਬਣਤਰ ਹੈ ਉੱਥੇ ਬਣੀ ਪਈ ਹੈ ਔਰ ਉਹ ਪ੍ਰੋਟੈਕਸ਼ਨ ਦੇ ਰਹੀ ਹੈ। ਔਰ ਆਪਾਂ ਦੇਖਾਂਗੇ ਕਿ ਨਾਓ ਦਿਸ ਜਿਹੜਾ ਸਰੂਪ ਹੈ ਰਾਮਕਾਰ ਦਾ, ਸਾਇੰਸ ਨੂੰ ਪਤਾ ਲੱਗਾ ਹੈ ਕਿ ਉੱਥੇ ਬਹੁਤ ਸਾਰੇ ਮੋਲੀਕਿਊਲਸ ਕੋਈ 8-9 ਡਿਸਕਵਰ ਕਰ ਦਿੱਤੇ ਗਏ ਹਨ, ਜਿੱਥੇ ਬੱਚਾ ਜਿਹੜਾ ਹੈ ਮਾਤਾ ਦੇ ਗਰਭ ਦੇ ਵਿੱਚ, ਵੂਮ ਦੇ ਵਿੱਚ ਯੂਟਰਾਈਨ ਵਾਲ ਦੇ ਨਾਲ ਪਲਸੈਂਟਾ ਦੇ ਰਾਹੀਂ ਜੁੜਿਆ ਹੈ, ਜਿੱਥੇ ਪਲਸੈਂਟਲ ਬੈਰੀਅਰ ਹੈ, ਜਿਸ ਦੀ ਲੋਕੇਸ਼ਨ ਸਤਿਗੁਰਾਂ ਨੇ ਪਹਿਲੇ ਸ਼ਬਦ ਵਿੱਚ ਦੱਸੀ ਹੈ ਕਿ ਅਗਨੀ ਉਦਰ ਮਾਹੇ। ਉੱਥੇ ਇਹ ਸਿਚੁਏਸ਼ਨ ਕ੍ਰੀਏਟ ਕਰਤੀ, ਕਿਉਂਕਿ ਸਤਿਗੁਰ ਦੀ ਬਾਣੀ ਜੋ ਬਚਨ ਕਹਿੰਦੀ ਹੈ ਉਹ ਬ੍ਰਹਿਮੰਡ ਦੇ ਵਿੱਚ ਕਿਤੇ ਨਾ ਕਿਤੇ ਵਾਪਰ ਰਿਹਾ ਹੁੰਦਾ ਹੈ। ਉਹ ਵੱਖਰੀ ਗੱਲ ਹੈ ਕਿ ਉਸ ਨੂੰ ਅਜੇ ਜਿਹੜੀ ਮਤਲਬ ਮਾਡਰਨ ਸਾਇੰਸ ਹੈ ਉਹ ਕੈਚ ਨਹੀਂ ਕਰ ਪਾਉਂਦੀ, ਪਰ ਇੱਕ ਦਿਨ ਹੌਲੀ ਹੌਲੀ ਐਸਾ ਆਏਗਾ ਕਿ ਕੁਝ ਫਿਨੋਮੇਨਾ ਇਹ 'ਚੋਂ ਹੋਰ ਐਕਸਪਲੋਰ ਹੋਣਗੇ। ਅਸੀਂ ਕੋਈ 60-70 ਫਿਨੋਮੇਨਾ ਜਿਹੜੇ ਕੁਦਰਤ ਦੇ ਵਿੱਚ ਵਾਪਰ ਰਹੇ ਨੇ, ਬ੍ਰਹਿਮੰਡ 'ਚ ਵਾਪਰ ਰਹੇ ਨੇ, ਉਹਨਾਂ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਰਮੁਖ ਸਤਸੰਗੀਆਂ ਦੀ ਮਦਦ ਦੇ ਨਾਲ, ਵੱਖਰੇ ਵੱਖਰੇ ਡਿਸਿਪਲਿਨ ਦੇ ਰਾਹੀਂ। ਜਿਵੇਂ ਕਿਤੇ ਮੌਕਾ ਮਿਲਿਆ ਤੇ ਆਪਾਂ ਬ੍ਰਹਿਮੰਡ ਨੂੰ ਵੀ ਖੋਲਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਕੈਮੀਕਲ ਇਕੁਏਸ਼ਨ ਹੈ, ਬ੍ਰਹਿਮੰਡ ਦੀ ਸਿਰਜਣਾ ਦੀ ਇਕੁਏਸ਼ਨ ਹੈ, ਉਹ ਵੀ ਸਤਿਗੁਰ ਨੇ ਬੜੇ ਬਾਖੂਬੀ ਖੋਲੀ ਹੈ ਬਾਣੀ ਦੇ ਅੰਦਰ। ਤੋ ਇੱਥੇ ਵਾਪਸ ਆਈਏ ਆਪਾਂ ਇਸੇ ਚੀਜ਼ ਤੇ ਕਿ ਇੱਕ ਬਣਤਰ ਬਣਾ ਕੇ ਅੰਦਰ ਰੱਖ ਦਿੱਤੀ ਗਈ ਹੈ, ਜੋ ਕਿ ਇਨ ਦੀ ਫਾਰਮ ਆਫ ਪ੍ਰੋਟੀਨਸ ਐਂਡ ਗਲਾਈਕੋਪ੍ਰੋਟੀਨਸ ਉਸ ਪਲਸੈਂਟਲ ਬੈਰੀਅਰ ਦੇ ਉੱਤੇ ਹਾਜ਼ਰ ਹੈ। ਔਰ ਇੱਥੇ ਇੱਕ ਬੜੇ ਤਗੜੇ ਵਿਦਵਾਨ ਨੇ ਜਿਨ੍ਹਾਂ ਦੇ ਨਾਲ ਸਾਇੰਟਿਸਟ ਦੇ, ਜਿਨ੍ਹਾਂ ਨੂੰ ਮੌਕਾ ਮਿਲਿਆ ਮੈਨੂੰ ਉਹਨਾਂ ਦੇ ਨਾਲ ਕੰਮ ਕਰਨ ਦਾ। ਜਿਸ ਵੇਲੇ ਉਹਨਾਂ ਪਾਸ ਇਹ ਖਬਰ ਪਹੁੰਚੀ, ਆਪਾਂ ਇਹਦੀ ਡਿਟੇਲ ਫਿਰ ਕਿਸ ਵੇਲੇ ਗੱਲ ਕਰਾਂਗੇ। ਕਿਸੇ ਗੁਰਮੁਖ ਨੇ ਦੱਸਿਆ, ਇਹ ਕੋਈ ਕਾਫੀ ਪੁਰਾਣੀ ਗੱਲ ਹੈ, ਕੋਈ 66-67 ਦੀ, ਕਿ ਮੇਰੀ ਸਾਇੰਟਿਸਟ ਕਹਿੰਦਾ ਹੈ ਕਿ ਮੇਰੀ ਮੁਸ਼ਕਿਲ ਹੈ। ਦੋ ਜਣੇ ਦੋਸਤ ਆਪਸ ਵਿੱਚ ਗੱਲਾਂ ਕਰ ਰਹੇ ਨੇ, ਇੱਕ ਗੁਰਸਿੱਖ ਹੈ, ਇੱਕ ਇਹ ਸਾਇੰਟਿਸਟ ਨੇ, ਔਰ ਇਤਫਾਕਨ ਕਿਸੇ ਟੂਰ ਦੇ ਵਿੱਚ, ਕੰਡਕਟਡ ਟੂਰ ਦੇ ਵਿੱਚ ਇਕੱਠੇ ਹੋ ਗਏ, ਜਿਨ੍ਹਾਂ ਦਾ ਨਾਂ ਡਾਕਟਰ ਸਾਹਿਬ ਨੇ ਲਿਆ, ਜਿਨ੍ਹਾਂ ਨਾਲ ਦਾਸ ਨੇ ਕੰਮ ਕੀਤਾ, ਉਹਨਾਂ ਨੂੰ ਫ੍ਰੈਂਚ ਨੇਮ ਉਹਨਾਂ ਦਾ ਹੈ ਡਾਕਟਰ ਜਾਨ ਦੌਸੇ, ਲੇਕਿਨ ਅੰਗਰੇਜ਼ੀ ਵਿੱਚ ਆਪਾਂ ਜੀਨ ਦੌਸਤ ਵੀ ਕਹਿ ਸਕਦੇ ਹਾਂ ਸਪੈਲਿੰਗ ਦੇ ਮੁਤਾਬਕ। ਹੀ ਇਜ਼ ਨੋਨ ਐਜ਼ HLA ਮੈਨ। ਤਾਂ ਉਹਨਾਂ ਦੀ ਮੁਸ਼ਕਿਲ ਇੱਥੇ ਅੜੀ ਸੀ ਕਿ ਹੀ ਵਾਂਟਡ ਟੂ ਟ੍ਰਾਂਸਪਲਾਂਟ ਆਰਗਨਸ। ਉਸ ਤੋਂ ਪਹਿਲਾਂ ਟ੍ਰਾਂਸਪਲਾਂਟੇਸ਼ਨ ਪੋਸੀਬਲ ਨਹੀਂ ਸੀ, ਕਿਉਂਕਿ ਦੇਰ ਇਜ਼ ਏ HLA ਬੈਰੀਅਰ ਹੈ, ਜਿਹਨੂੰ MHC ਬੈਰੀਅਰ ਵੀ ਆਪਾਂ ਕਹਿ ਦਿੰਦੇ ਹਾਂ, ਕਿ no two individuals they cannot exchange their organs। ਤੋ ਉਹਨੇ ਕਿਹਾ ਜੀ ਮੇਰੀ ਮੁਸ਼ਕਿਲ ਆ, ਕੋਈ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ 'ਚ ਇਹਦਾ ਵੀ ਹੱਲ ਹੈ? ਉਹਨਾਂ ਕਿਹਾ ਵੀ ਮੈਨੂੰ 2 ਦਿਨ ਦਿਓ। 2 ਦਿਨ ਤੋਂ ਬਾਅਦ ਉਹਨਾਂ ਨੇ ਆਪਣੀ ਇਕਾਗਰਤਾ 'ਚੋਂ ਆਣ ਕੇ ਇਹੋ ਹੀ ਸ਼ਬਦ, ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਕਹਿੰਦੇ ਇਹਦੇ ਅਰਾਊਂਡ ਤੁਸੀਂ ਦੇਖ ਲਓ, ਤੁਸੀਂ ਪੜ੍ਹੇ ਲਿਖੇ ਜੇ। ਔਰ ਜਾਨ ਦੌਸੇ ਦੇ ਮਨ 'ਚ ਇੱਕਦਮ ਆਇਆ, ਕਿਉਂਕਿ ਸਾਇੰਟਿਸਟ ਸਨ, ਜੈਨੇਟਿਸਿਸਟ ਸਨ, ਡਾਕਟਰ ਵੀ ਸਨ, MBBS PhD ਵੀ ਸਨ। ਉਹਨਾਂ ਇੱਕਦਮ ਸਮਝ ਲਿਆ ਕਿ 50% genes are coming from the sperm and 50% are coming from the egg।
So the allograft is still surviving. If I look after, I might find some phenomena. And he could find after working about 16 years and got Nobel Prize in 1984. So ऐसी समर्था है सतगुर दी, लेकिन वो चीज़ां साडे तक पहुँच क्यों नहीं सकियां, वो एक बड़ा लंबा चौड़ा विषय मैं डॉक्टर साहब जी दे नाल डिस्कस कीता सी, फेर किस वेले लवांगे। तो हुण आपां वापस आइए कि ये जो एलोग्राफ्ट है जिसनूं रामकार मिली हुई है, क्यों मिली हुई है, वो भी सतगुर दी बाणी खोलदी है कि बच्चे दी लिव लगी है। धन गुरु नानक पातशाह, मैं वो शब्द चुने ने जिहड़े बड़े पॉपुलर ने। एक शब्द दे अंदर जिहड़ी जीवन रूपी रात है, इसनूं 4 पैरां च धन गुरु नानक पातशाह जी वंडदे हन और पहले पैर दा जिक्र करदे ने, पहले पैरे रैण के वणजारिया मित्रा, हुक्म पया गरबास, उर्द तप अंतर करे वणजारिया मित्रा, खसम सेती अरदास, खसम सेती अरदास वखाणे, उर्द ध्यान लेव लागा, नाम रियाद आया कल पीतर, बौड़ जासी नांगा, जैसी कलम मुड़ी है मस्तक, तैसी जीड़े पास, कौ नानक पहले पैरे प्राणी, हुक्म पया गरबास। पहले पैरे रहन के वणजारिया मित्रा, हुक्म पया गरबास। इन दी फर्स्ट पीरियड जिहड़ा बचपना सी, जिहड़ा तेरा सॉरी नॉट बचपना बट फीटल लाइफ, वो एक पहला पैर है तेरे जीवन दा, ते करता पुरख दे हुक्म दे विच तू माता दे गर्भ दे विच आण के प्रवेश कीता और उर्द तप अंतर करे। और फिर वेखो कोई स्कैनर नहीं सी उस वेले, कोई होर इंस्ट्रूमेंट नहीं सी, ईवन माइक्रोस्कोप जिहड़ी आ 16th सेंचुरी दे एंड दे उत्ते डिस्कवर होई आ, और सतगुरु कह रहे ने उर्द तप अंतर करे, पुठा हो के तू तप कर रहा है, तेरी लिव लगी हुई आ, उर्द तप करें वणजारिया मित्रा, खसम सेती अरदास, खसम सेती अरदास वखाणे, उर्द ध्यान लिव लागा। ये लिव अंडरलाइन करने वाली चीज है, और इस लिव दे विच वाहिगुरु ने आप ही बच्चे नूं लाया है, बच्चे ने अरदास कीती है, वो किस ढंग नाल कीती है ये वाहिगुरु जाने, लेकिन परमात्मा ने खुश होकर कहा कोई गल नहीं, मैं तेनों एक ऐसी चीज देना है, तेनों इत्थे कुछ नहीं होएगा, कोई अग्नि, कोई महा अग्नि तेनों खराब नहीं कर सकती, तेनों डिस्ट्रॉय नहीं कर सकती। और वो बच्चे का ध्यान लगा है, पुठा सिमरन कर रहा है। तो इस ढंग दे नाल ओदी अरदास सुन के जिहड़ी है सतगुर ने किरपा की, ओदे आले दुआले चारों पासे जिथे प्लेसेंटा है, आपां कुछ डायग्राम्स की हैल्प नाल वेखांगे कि उत्थे वो मॉलिक्यूल्स हाजिर हो जाते हैं, और जिन्ना चिर बच्चा उस जगह ते विराजमान रहिंदा है पहले पैर दे विच, वो मॉलिक्यूल्स उत्थे बिल्कुल बकायदा काम करते हैं। और जिहड़ी अग्नि है वो होर कुछ नहीं, उन्होंने साइंटिफिकली आपां इंटरप्रेट किया है, और बड़े बड़े साइंटिस्टां ने भी इंटरप्रेट करने की कोशिश की है कि दैट इज बेसिकली द इम्यून सिस्टम ऑफ द मदर विच रिकग्नाइजेस दिस एज ए फॉरेन बॉडी। उन्होंने बाहरों ओपरा समझ के, क्योंकि स्पर्म ते एग दा मेल है और 50% जीन्स स्पर्म चों आ रही हैं, 50% एग चों आ रही हैं, और एक कंप्लीट एलोग्राफ्ट होने करके देयर इज नो सिंजेनाइटी, देयरफॉर इट शुड बी रिजेक्टेड। बट बिकॉज ऑफ दिस रामकार जिसदी के सतगुर ने बनतर दस दी है गुरबाणी दे अंदर, ਉਹਦੇ करके इसकी रिजेक्शन नहीं होंदी, और ये सैली संभली 9 महीने कुछ दिनों के बाद अपना जन्म ले लेंदा है। तो आओ हुण आपां कुछ स्लाइडां की हैल्प दे नाल मैं स्क्रीन शेयर करदा हाँ। मैनूं आस है कि शायद मैथों हुण हो जावे, जदों तो आप जी नूं दिस पिया ते मैनूं दस देना। इस वेले आप जी नूं स्क्रीन शायद नज़र आ रही होवे। आप जी नूं आवाज आ रही मेरी? हाँ जी आ रही आवाज, स्क्रीन भी आ रही है। सतनाम श्री वाहिगुरु। तो हुण आपां वेखांगे कि जिहड़ी ये पूरी किरिया इसनूं गुरबाणी दे अंदर सतगुरां ने जिस वेले असीं
ਕੋਸ਼ਿਸ਼ ਕੀਤੀ ਕਿ ਦਰਸ਼ਨ ਕਰੀਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਤੇ ਲੜੀਵਾਰ ਸਾਨੂੰ ਸ਼ਬਦ ਮਿਲੇ ਜੋ ਇਹ ਪੂਰੀ ਕਥਾ ਨੂੰ ਬੱਚੇ ਦੀ ਨੂੰ ਡੇ 1 ਤੋਂ ਲੈ ਕੇ ਬਿਗਨਿੰਗ ਤੋਂ ਲੈ ਕੇ ਸਪਰਮ ਤੇ ਐਗ ਤੋਂ ਲੈ ਕੇ ਉਸ ਦੇ ਦਰਸ਼ਨ ਕਰਾਉਂਦੀ ਹੈ ਬਾਣੀ। ਔਰ ਜਿਵੇਂ ਜਿਵੇਂ ਫਿਰ ਆਪ ਜੀ ਨੂੰ ਪਤਾ ਹੈ ਕਿ ਗਾਇਨੇਕੋਲੋਜੀਕਲ ਸਾਇੰਸ ਜਿਹੜੀ ਹੈ ਡਾਕਟਰ ਸਾਹਿਬਾਨ ਬੈਠੇ ਨੇ, ਉਹਨਾਂ ਨੂੰ ਪਤਾ ਹੈ ਕਿ ਤਿਵੇਂ ਸਾਨੂੰ ਅੱਜ ਜੋ ਇਹਦਾ ਮਾਡਰਨ ਰੂਪ ਇਸ ਤਰ੍ਹਾਂ ਦਾ ਪਤਾ ਲੱਗਦਾ ਹੈ ਕਿ ਸੈਂਟਰ ਦੇ ਵਿੱਚ ਆਪ ਜੀ ਜੋ ਦਰਸ਼ਨ ਕਰ ਰਹੇ ਹੋ ਐਗ ਹੈ, ਔਰ ਆਲੇ ਦੁਆਲੇ ਸਰਾਊਂਡਡ ਬਾਈ ਥਾਊਜ਼ੈਂਡਸ ਆਫ ਸਪਰਮਸ ਆਪ ਜੀ ਨੂੰ ਦਿਸ ਰਿਹਾ ਹੈ। ਔਰ ਅਸੀਂ ਹੈਰਾਨ ਹੋ ਗਏ ਕਿ ਸਤਿਗੁਰ ਦੀ ਬਾਣੀ ਇਸ ਦਾ ਵੀ ਜ਼ਿਕਰ ਕਰਦੀ ਹੈ, ਭਾਵੇਂ ਉਸ ਵੇਲੇ ਕੋਈ ਮਾਈਕਰੋਸਕੋਪ ਨਹੀਂ ਸੀ, ਕਿਉਂਕਿ ਪਰਮਾਤਮਾ ਦੇ ਵਿੱਚ ਜਿਸ ਵੇਲੇ ਜਾਂਦੇ ਸਨ ਧੰਨ ਗੁਰੂ ਨਾਨਕ ਪਾਤਸ਼ਾਹ, ਬਾਕੀ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਤਾਂ ਉਸ ਵੇਲੇ ਇਹ ਖੁੱਲੇ ਦਰਸ਼ਨ ਜੋ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਵਾਲੀ ਘਟਨਾ ਵਾਪਰਦੀ ਸੀਗੀ, ਔਰ ਉਹਨੂੰ ਆਪਣੇ ਬੋਲਾਂ ਦੇ ਵਿੱਚ ਸਤਿਗੁਰ ਦਰਜ ਕਰ ਦਿੰਦੇ ਸਨ। ਔਰ ਆਪ ਜੀ ਨੂੰ ਇਹ ਵੀ ਪਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਤਾਂ ਜਿਹੜੀ ਸੀਗੀ ਪੋਥੀ ਸਾਹਿਬ ਉਸ ਨੂੰ ਆਪਣੇ ਬਗਲ ਦੇ ਵਿੱਚ ਕੱਛ ਦੇ ਵਿੱਚ ਵੀ ਰੱਖਦੇ ਸਨ ਹਰ ਵਕਤ। ਔਰ ਪ੍ਰਬੰਧ ਕਿਸ ਤਰ੍ਹਾਂ ਸਤਿਗੁਰ ਨੇ ਉਸ ਸਮੇਂ 'ਚ ਕੀਤਾ, ਬਲਿਹਾਰੀ ਜਾਈਏ ਸਤਿਗੁਰ ਆਪਣੇ ਦਿਹਾੜੀ ਸਦਵਾਰ, ਤਾਈਓ ਗੁਰੂ ਅੰਗਦ ਦੇਵ ਜੀ ਐਸੀ ਕਿਰਪਾ ਕਰਦੇ ਹਨ। ਤੋ ਇੱਥੇ ਬਾਣੀ ਇਸ ਤਰ੍ਹਾਂ ਕਹਿੰਦੀ ਹੈ, ਬਿੰਦ ਰਖਤ ਮਿਲ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀਆ। ਬਿੰਦ ਰਖਤ ਮਿਲ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀਆ। ਆਪੇ ਚੋਜ ਕਰੇ ਰੰਗ ਮੈਲੀ, ਹੋਰ ਮਾਇਆ ਮੋਹ ਪਸਾਰਾ ਹੀ। ਗਰਭ ਕੁੰਡਲ ਮੈਂ ਉਰਦ ਧਿਆਨੀ, ਆਪੇ ਜਾਣੇ ਅੰਤਰ ਜਾਮੀ। ਸਾਸ ਸਾਸ ਸਚ ਨਾਮ ਸਮਾਲੇ, ਅੰਤਰ ਉਦਰ ਮਜਾਰਾ ਹੀ। ਜੋ ਪਹਿਲੇ ਗੁਰਬਾਣੀ ਨੇ ਦੱਸਿਆ ਹੈ, ਇੱਥੇ ਉਹਨੂੰ ਹੋਰ ਥੋੜਾ ਜਿਹਾ ਐਡਵਾਂਸ ਕੀਤਾ ਕਿ ਬਿਲਕੁਲ ਡੇ 1 ਤੋਂ ਬਿੰਦ ਤੋਂ ਭਾਵ ਹੈ ਸੀਮਨ, ਬੂੰਦ, ਔਰ ਕਹਿ ਲਓ ਤੁਸੀਂ ਸੀਮਨ ਦੀ ਡ੍ਰੌਪ। ਬਿੰਦ ਰਕਤ ਵੈਸੇ ਖੂਨ ਨੂੰ ਵੀ ਕਹਿ ਦਿੰਦੇ ਹਨ, ਪਰ ਭਾਈ ਕਾਹਨ ਸਿੰਘ ਨਾਭਾ ਜੀ ਨੇ ਦੋਵੇਂ ਅਰਥ ਕੀਤੇ ਨੇ ਮਹਾਨ ਕੋਸ਼ ਦੇ ਅੰਦਰ, ਕਿ ਰਕਤ ਤੋਂ ਭਾਵ ਹੈ ਕਿ ਮਾਤਾ ਦਾ ਐਗ, ਮਾਦਾ ਮਦੀਨ ਦਾ ਐਗ। ਬਿੰਦ ਰਕਤ ਮਿਲ ਪਿੰਡ ਸਰੀਆ, ਤੇਰਾ ਸ਼ੁਰੂਆਤ ਜਿਹੜਾ ਸੀ ਤੇਰੇ ਸਰੀਰ ਦਾ, ਪਿੰਡ ਤੋਂ ਭਾਵ ਸਰੀਰ ਦਾ, ਦੋ ਚੀਜ਼ਾਂ ਨੂੰ ਮਿਲਾ ਕੇ ਬਿੰਦ ਤੇ ਰਕਤ ਨੂੰ, ਜੋ ਅੱਜ ਦੀ ਸਾਇੰਸ ਸਮਝਦੀ ਹੈ ਐਗ ਐਂਡ ਸਪਰਮ ਯੂਨੀਅਨ ਲੀਡ ਟੂ ਦੀ ਫਾਰਮੇਸ਼ਨ ਆਫ ਜ਼ਾਈਗੋਟ, ਅੱਜ ਆਪਾਂ ਸਾਇੰਸ ਦੇ ਵਿੱਚ ਸਮਝਦੇ ਹਾਂ। ਬਿਲਕੁਲ ਸੈਂਚਰੀਜ਼ ਪਹਿਲੇ ਇਸੇ ਚੀਜ਼ ਦੀ ਹੀ ਮੁੱਢ ਬੰਨਿਆ ਸਤਿਗੁਰਾਂ ਨੇ। ਬਿੰਦ ਰਕਤ ਮਿਲ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀਆ। ਇਹ ਬਿੰਦ ਤੇ ਰਕਤ ਕਾਹਦੇ ਬਣੇ ਸਨ? 5 ਤੱਤਾਂ ਦੇ ਬਣੇ ਸਨ। ਔਰ ਇਸ ਦੇ ਵਿੱਚ ਜੀਓ ਜਿਹੜਾ ਸੀ ਉਹ ਸਤਿਗੁਰ ਨੇ ਜਿਹੜਾ ਸੀ ਆਤਮਾ ਜਿਹੜੀ ਸੀ ਉਸ ਦਾ ਪ੍ਰਵੇਸ਼ ਕਰਾ ਕੇ ਪੌਣ ਪਾਣੀ ਅਗਨੀ ਮਿਲ ਜੀਆ, ਪਿੰਡ ਬਣਾਤਾ, ਸਰੀਰ ਬਣਾਤਾ, ਜਿਹੜਾ ਕਿ ਗਰਭ ਕੁੰਡਲ ਮੈਂ ਉਰਦ ਧਿਆਨੀ। ਫਿਰ ਉਸੇ ਗੱਲ ਦੀ ਪ੍ਰੋੜਤਾ ਕੀਤੀ ਆ ਕਿ ਪੁੱਠਾ ਲਟਕਿਆ ਸੀਗਾ, ਉੱਥੇ ਜੁੜਿਆ ਸੀ ਮਾਤਾ ਦੀ ਯੂਟਰਾਈਨ ਵਾਲ ਦੇ ਨਾਲ ਔਰ ਪਲਸੈਂਟਾ ਦੇ ਰਾਹੀਂ, ਔਰ ਉਰਦ ਧਿਆਨੀ, ਇਹਨੇ ਧਿਆਨ ਨਹੀਂ ਛੱਡਿਆ। ਔਰ ਇਹੋ ਹੀ ਕਾਰਨ ਹੈ ਕਿ ਸਤਿਗੁਰ ਦੀ ਬਾਣੀ ਜਿਸ ਵੇਲੇ ਅਸੀਂ ਜਨਮ ਲੈ ਲੈਂਦੇ ਹਾਂ, ਸਾਨੂੰ ਫਿਰ ਯਾਦ ਕਰਾਉਂਦੀ ਹੈ ਵੀ ਭਾਈ ਤੇਰੀ ਉਸ ਸਮੇਂ ਤਾਂ ਲਿਵ ਲੱਗੀ ਹੋਈ ਸੀਗੀ ਜਿਸ ਵੇਲੇ ਤੂੰ ਗਰਭ ਕਾਲ ਦੇ ਵਿੱਚ ਵਿਚਰ ਰਿਹਾ ਸਾਂ, ਪਰ ਹੁਣ ਤੈਨੂੰ ਕੀ ਹੋ ਗਿਆ? ਤੇ ਤਦੇ ਸਤਿਗੁਰ ਦੱਸਦੇ ਹਨ ਕਿ ਸਾਚੀ ਲਿਵੇ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੇ ਬਾਝੋਂ, ਕਿਆ ਕਰੇ ਵਿਚਾਰੀਆ। ਅਸੀਂ ਵਿਚਾਰੇ ਜੇ ਹੋ ਗਏ ਜਨਮ ਲੈਣ ਤੋਂ ਬਾਅਦ, ਕਿਉਂਕਿ ਅਸੀਂ ਉਸ ਲਿਵ ਨੂੰ ਭੁੱਲ ਹੀ ਗਏ। ਔਰ ਸਤਿਗੁਰ ਦੇ 4 ਪਹਿਰੇ ਤੇ ਹੋਰ ਬਾਣੀ ਸਾਨੂੰ ਇਸ ਗੱਲ ਦਾ ਬਾਰ-ਬਾਰ ਗਿਆਨ ਦਿੰਦੀ ਹੈ ਕਿ ਤੂੰ ਵਾਪਸ, ਤੈਨੂੰ ਉਹ ਚੀਜ਼ ਤਾਂ ਪ੍ਰਾਪਤ ਹੋ ਸਕਦੀ ਹੈ ਜੇ ਤੂੰ ਦੁਬਾਰਾ ਲਿਵ 'ਚ ਜਾਏ, ਭਾਵ ਸਿਮਰਨ 'ਚ ਜਾਏ। ਔਰ ਉਸ ਤੋਂ ਅੱਗੇ ਫਿਰ ਬਾਣੀ ਦੱਸਦੀ ਹੈ ਵੀ ਇਹ ਜਿਹੜਾ 2 ਸੈੱਲਾਂ ਦਾ ਮੇਲ ਹੋਇਆ, ਇਹਦੇ ਬਾਰੇ ਕੁਝ ਮਤਲਬ ਜਿਹੜਾ ਆਪਾਂ ਵਿਦਿਆਰਥੀਆਂ ਪੁੱਛਿਆ ਵੀ ਕੀ ਸਤਿਗੁਰ ਦੀ ਬਾਣੀ ਇਹ ਵੀ ਦੱਸਦੀ ਹੈ, ਕਿਉਂਕਿ ਸਾਇੰਸ ਨੇ ਹੁਣ ਦੱਸਿਆ ਹੈ ਕਿ ਓਨਲੀ 1 ਸਪਰਮ ਐਂਟਰਸ ਇਨਟੂ ਦੀ ਐਗ। ਤਾਂ ਜਿਸ ਵੇਲੇ ਇੱਧਰ ਉੱਧਰ ਗੁਰਮੁਖਾਂ ਨੇ ਫੋਲ ਚੋਲ ਕੀਤੀ ਤੇ ਸਤਿਗੁਰ ਦੀ ਬਾਣੀ ਦੇ ਵਿੱਚ ਇਸ ਦਾ ਵੀ ਜ਼ਿਕਰ ਆਇਆ ਸੀ। ਔਰ ਉਹ ਜ਼ਿਕਰ ਇਸ ਤਰ੍ਹਾਂ ਸੀਗਾ ਕਿ
कवन निकट कवन कहिए दूर, आपे आप आप भरपूर। अनक कला लखी न जाए, जिस पावै तिस लय मिलाए। सतगुरु ਦੀ ਬਾਣੀ ਕਹਿੰਦੀ ਹੈ ਕਿ ਪ੍ਰਭੂ ਦੀਆਂ ਬੇਅੰਤ ਟੈਕਨੀਕਸ ਨੇ ਜਿਹੜੀਆਂ ਕਿ ਹਿਊਮਨ ਮਾਈਂਡ ਲੱਖ ਨਹੀਂ ਸਕਦਾ, ਐਸਟੀਮੇਟ ਨਹੀਂ ਕਰ ਸਕਦਾ। ਉਹ ਚੋਂ ਐਵੇਂ ਫ੍ਰੈਕਸ਼ਨ ਭਾਵੇਂ ਇਹਨੂੰ ਕੋ ਪਤਾ ਲੱਗੇ ਥੋ ਲੱਗੇ। ਅਨਕ ਕਲਾ ਲਖੀ ਨੇ ਜਾਈ, ਹੇ ਪ੍ਰਭੂ ਤੇਰੀਆਂ ਅਨੇਕ ਕਲਾਵਾਂ ਨੇ, ਟੈਕਨੀਕਸ ਨੇ, ਔਰ ਜਿਸ ਪਰਮ ਨੂੰ ਤੂੰ ਚਾਹਵੇਂ ਤੇਰਾ ਹੁਕਮ ਹੋਵੇ, ਜਿਸ ਭਾਵੇ ਤਿਸ ਲਏ ਮਿਲਾਏ। ਅਨਕ ਕਲਾ ਲਖੀ ਨੇ ਜਾਏ, ਜਿਸ ਭਾਵੇ ਤਿਸ ਲਏ ਮਿਲਾਏ। ਕਮਨ ਨਿਕਟ ਕਮਨ ਕਹੀਏ ਦੂਰ, ਕੌਣ ਇੱਥੇ ਇਸ ਐਗ ਦੇ ਨੇੜੇ ਹੈ ਤੇ ਕੌਣ ਦੂਰ ਹੈ। ਆਪੇ ਆਪ ਰਿਹਾ ਭਰਪੂਰ, ਐਗ 'ਚ ਵੀ ਉਹ ਆਪ ਹੈ ਤੇ ਉਹਦੇ ਵੀ ਆਪ ਹੈ। ਫਿਰ ਇਹਦਾ ਹੁਕਮ ਹੈ, ਇਹਨੂੰ ਹੁਕਮ ਕਰਕੇ ਸਮਝ ਲਓ ਕਹਿੰਦੇ ਨੇ। ਭਾਵੇਂ ਅਸੀਂ ਹੁਣ ਇਸ ਲੈਵਲ ਤੇ ਤਾਂ ਪਹੁੰਚੇ ਹਾਂ ਕਿ ਜਿਹੜਾ ਐਕਰੋਸੋਮ ਹੈ, ਹੈਡ ਆਫ ਦੀ ਸਪਰਮ, ਉਹ ਜਿਹੜਾ ਹੈ ਉਹ ਐਂਜ਼ਾਈਮਸ ਨੇ ਔਰ ਨਿਊਟਰਲ ਉੱਥੋਂ ਮਤਲਬ ਹਾਈਡਰੋਲਾਈਜ਼ ਕਰ ਦਿੰਦੇ ਆ ਲਿਪਿਡ ਬਾਈਲੇਅਰ ਨੂੰ, ਐਗ ਦੀ ਨੂੰ, ਤੇ ਦੈਨ ਦੀ ਸਪਰਮ ਟੇਕਸ ਐਂਟਰੀ ਔਰ ਬਾਕੀ ਦੇ ਸਪਰਮ ਜਿਹੜੇ ਵਾਪਸ ਚਲੇ ਜਾਂਦੇ ਹਨ। ਪਰ ਮੋਲੀਕੂਲਰ ਮੈਕੈਨਿਜ਼ਮ ਸਟਿਲ ਇਜ਼ ਅਨਨੋਨ। ਔਰ ਜੇ ਕਿਸੇ ਡਾਕਟਰ ਸਾਹਿਬਾਨ ਨੂੰ ਪਤਾ ਹੋਏਗਾ ਤੇ ਲੇਟਰ ਔਨ ਆਪਾਂ ਡਿਸਕਸ ਵੀ ਕਰ ਸਕਦੇ ਤਾਂ ਕਿ ਉਹ ਮੇਰੇ ਗਿਆਨ ਦੇ ਵਿੱਚ ਵਾਧਾ ਹੋਵੇ। ਮੇਰੇ ਨੋਟਸ ਤਕਰੀਬਨ 2-3 ਸਾਲ ਪੁਰਾਣੇ ਹੀ ਹਨ। ਸੋ ਐਸੀ ਸਤਿਗੁਰ ਕਿਰਪਾ ਕਰਦੇ ਹਨ। ਹੁਣ ਆਪਾਂ ਅਗਲੀ ਸਲਾਈਡ ਵੱਲ ਚੱਲਦੇ ਹਾਂ। ਜੋ ਜ਼ਿਕਰ ਪਹਿਲੇ ਕਰ ਰਹੇ ਹਾਂ ਕਿ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਇਹ ਮੈਂ ਆਮ ਸਲਾਈਡਸ ਜੋ ਇੰਟਰਨੈਟ ਤੇ ਹਨ ਉਹ ਹੀ ਆਪ ਜੀ ਦੇ ਸਾਹਮਣੇ ਜਿਹੜੀਆਂ ਰੱਖ ਰਿਹਾ ਹਾਂ। ਔਰ ਇਹਦੇ ਵਿੱਚ ਦੇਖੋ ਐਮਨਿਓਟਿਕ ਫਲੂਇਡ ਦੇ ਵਿੱਚ ਬੱਚਾ ਜਿਹੜਾ ਪੂਰਨ ਰੂਪ ਦੇ ਵਿੱਚ ਪ੍ਰੋਟੈਕਟਡ ਹੈ, ਆਲੇ ਦੁਆਲੇ ਉਹ ਫਲੂਇਡ ਭਰਿਆ ਹੋਇਆ ਹੈ ਸੈਕ ਦੇ, ਐਮਨਿਓਟਿਕ ਸੈਕ ਦੇ ਅੰਦਰ। ਔਰ ਜਿਹੜੇ ਵੇਸਟ ਪ੍ਰੋਡਕਟਸ ਨੇ ਉਹ ਐਲੈਂਟੋਇਸਲ ਨੂੰ ਜਾ ਰਹੇ ਨੇ। ਔਰ ਜੋ ਐਂਬਲਾਈਕਲ ਕਾਰਡ ਹੈ ਆਪ ਜੀ ਦੇ ਇੱਥੋਂ ਸ਼ੁਰੂ ਹੋ ਕੇ ਐਂਬਲਾਈਕਸ ਤੋਂ, ਔਰ ਉਹ ਬਕਾਇਦਾ ਮਤਲਬ ਜਿਹੜੀ ਹੈ ਜਾ ਕੇ ਪਲਸੈਂਟੇ ਦੇ ਰੂਪ ਵਿੱਚ ਯੂਟਰਾਈਨ ਵਾਲ ਦੇ ਨਾਲ ਜੁੜ ਰਹੀ ਹੈ। ਔਰ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਔਰ ਭਗਤ ਧੰਨਾ ਜੀ ਦਾ ਸ਼ਬਦ ਕਹਿੰਦਾ ਹੈ ਕਿ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ। ਐ ਇਨਸਾਨ ਮਾਤਾ ਦੇ ਐਮਨਿਓਟਿਕ ਫਲੂਇਡ ਦੇ ਅੰਦਰ ਜਨਨੀ ਕੇਰੇ, ਜਨਨੀ ਦੇ ਉਦਰ ਪੇਟ ਜਾਂ ਯੂਟਰਸ ਵੂਮ, ਜਨਨੀ ਕੇਰੇ ਉਦਰ ਉਦਕ ਪਾਣੀ, ਪਾਣੀ ਤੋਂ ਭਾਵ ਐਮਨਿਓਟਿਕ ਫਲੂਇਡ, ਪਿੰਡ ਕੀਆ 10 ਦੁਆਰਾ। ਤੇਰਾ 10 ਸਰੋਤਾਂ ਵਾਲਾ ਸਰੀਰ ਜਿਹੜਾ ਬਣਾ ਦਿੱਤਾ, ਜਿਸ ਚੋਂ ਆਪਾਂ ਸਮਝਦੇ ਹਾਂ ਕਿ 9 ਦੁਆਰ ਪ੍ਰਗਟ ਨੇ, 10ਵਾਂ ਗੁਪਤ ਹੈ, 10ਵਾਂ ਗੁਪਤ ਰਖਾਇਆ। ਆਮ ਆਪਾਂ ਬਾਣੀ ਦੇ ਵਿੱਚ ਦਰਸ਼ਨ ਕਰਦੇ ਹਾਂ। ਤੋ ਐਸੀ ਕਲਾ ਵਾਪਰੀ ਕਿ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਤੈਨੂੰ ਉੱਥੇ ਖਾਣਾ ਪਾਣੀ ਵੀ ਪਹੁੰਚਾਇਆ। ਔਰ ਅੱਜ ਦੀ ਮੈਡੀਕਲ ਸਾਇੰਸ ਨੇ ਸਾਬਤ ਕਰ ਦਿੱਤਾ ਹੈ ਕਿ ਆਲ ਦੀ ਅਮਾਈਨੋ ਐਸਿਡਸ ਇਨਕਲੂਡਿੰਗ ਦੀ 8 ਐਸੈਂਸ਼ੀਅਲ ਅਮਾਈਨੋ ਐਸਿਡਸ ਜਿਹੜੇ ਆ ਉਹ ਵੀ ਪਲਸੈਂਟਰ ਬੈਰੀਅਰ ਕ੍ਰਾਸ ਕਰਕੇ ਥਰੂ ਸਰਟਨ ਪੰਪਸ ਐਂਡ ਰਿਸੈਪਟਰ ਸਾਈਟਸ ਦੇ ਕਮ ਇਨਸਾਈਡ। ਐਂਡ ਈਵਨ ਦਵਾ ਦਾਰੂ ਵੀ ਜਿਹੜਾ ਹੈ ਇਮਿਊਨੋਗਲੋਬੁਲਿਨਸ IgG ਖਾਸ ਕਰਕੇ ਜਿਹੜੀ ਹੈ। ਔਰ ਇਸ ਦਾ ਵੀ ਜ਼ਿਕਰ ਹੈ ਬਾਣੀ ਦੇ ਅੰਦਰ ਕਿ ਜਿਸ ਵੇਲੇ ਲੈਵਲ ਆਈ ਤਾਂ ਤੇਰੇ ਅੰਦਰ ਦਵਾਈ ਵੀ ਜਿਹੜੀ ਸੀ ਉਹ ਭੇਜਣੀ ਸ਼ੁਰੂ ਕਰ ਦਿੱਤੀ। ਆਪ ਜੀ ਨੂੰ ਮੈਂ ਪੰਕਤੀਆਂ ਸਰਵਣ ਕਰਾਵਾਂਗਾ ਕਿ ਦੇ ਆਹਾਰ ਮਾਤ ਗਰਭ ਮੈਂ ਜਿਨੇ ਉਬਾਰਿਆ, ਰਕਤ ਕਿਰਮ ਮੈਂ ਨਹੀਂ ਸੰਘਾਰਿਆ। ਰਕਤ ਕਿਰਮ ਤੋਂ ਭਾਵ ਹੈ ਸਿਸਟੈਮਿਕ ਇਨਫੈਕਸ਼ਨ ਜਿਹੜੀ ਕਿ ਮਦਰ ਦੇ ਜਨਰਲ ਸਰਕੂਲੇਸ਼ਨ 'ਚ ਹੋ ਸਕਦੀ ਹੈ। ਉਹ ਪਲਸੈਂਟਾ ਅਗਰ ਕ੍ਰਾਸ ਕਰ ਜਾਵੇ ਤਾਂ ਉਹਦੀ ਪ੍ਰੋਟੈਕਸ਼ਨ ਵਾਸਤੇ ਇੱਕ ਰਾਮਕਾਰ ਸੋਲੂਬਲ ਕਿਸਮ ਦੀ ਵੀ ਤੈਨੂੰ IgG ਪ੍ਰੋਵਾਈਡ ਕਰ ਦਿੱਤੀ। ਰਕਤ ਕਿਰਮ ਮੈਂ ਨਹੀਂ ਸੰਘਾਰਿਆ, ਜੋ ਸਾਇੰਸ ਨੂੰ ਅੱਜ ਪਤਾ ਲੱਗਾ ਹੈ। ਈਵਨ ਐਸਟੀਮੇਟਸ ਕੀਤੇ ਗਏ ਹਨ ਸਾਇੰਟਿਸਟਾਂ ਰਾਹੀਂ ਕਿ 60 ਮਿਲੀਗ੍ਰਾਮ ਜਿਹੜੀ ਐਂਟੀਬਾਡੀਜ਼ ਹੈ, ਜਿਸ ਵੇਲੇ ਉਹਦਾ ਹਾਫ ਲਾਈਫ ਖਤਮ ਹੋ ਜਾਂਦਾ ਹੈ, ਉਹ ਪੰਪਸ ਦੇ ਰਾਹੀਂ ਪਲਸੈਂਟਾ ਤੋਂ ਪੰਪ ਇਨ ਕਰ ਦਿੱਤੀ ਜਾਂਦੀ ਹੈ ਔਰ ਉਹ ਬੱਚੇ ਦੇ ਸਰਕੂਲੇਸ਼ਨ ਦੇ ਵਿੱਚ ਸਰਕੂਲੇਟ ਕਰਦੀ ਰਹਿੰਦੀ ਹੈ। ਅਗਰ ਕਿਸੇ ਕਿਸਮ ਦਾ ਜਰਾਸੀਮ ਉੱਥੇ ਆ ਜਾਵੇ ਤਾਂ ਉਸ ਨੂੰ ਉਹ ਜਿਹੜੀ ਰਾਮਕਾਰ ਦਾ ਸੋਲੂਬਲ ਹਿੱਸਾ ਹੈ ਉਹ ਉਸ ਦੀ ਸਮਾਪਤੀ ਕਰ ਦਿੰਦਾ ਹੈ। ਇਸ ਤੋਂ ਅਗਲੀ ਸਲਾਈਡ ਵੱਲ ਆਪਾਂ ਹੁਣ ਚੱਲਦੇ ਹਾਂ ਜੀ। ਇਹ ਉਸੇ ਨੂੰ ਹੀ ਕ੍ਰਾਸ ਸੈਕਸ਼ਨ 'ਚ ਦਿਖਾਇਆ ਗਿਆ ਹੈ, ਡਿਫਰੈਂਟ ਆਰਗਨਸ ਇਨਸਾਈਡ ਦੀ ਵੂਮ ਆਫ ਦੀ ਮਦਰ। ਔਰ ਇਹ ਹੈ ਜਿਹੜਾ 10 ਸਰੋਤਾਂ ਵਾਲਾ ਸਰੀਰ
ਇੱਥੇ ਆਪਾਂ ਕੋਸ਼ਿਸ਼ ਕਰਾਂਗੇ ਹੁਣ ਰਾਮਕਾਰ ਵੱਲ ਵਾਪਸ ਆਉਨੇ ਆ। ਆਪ ਜੀ ਡਾਕਟਰ ਸਾਹਿਬਾਨ ਤਾਂ ਬਹੁਤ ਗਿਆਨ ਹੈ ਉਹਨਾਂ ਦੇ ਪਾਸ ਇਸ ਚੀਜ਼ ਦਾ, ਗਾਇਨੇਕੋਲੋਜਿਸਟਾਂ ਦੇ ਪਾਸ। ਇਹ ਜੋ ਆਪ ਜੀ ਆਲੇ ਦੁਆਲੇ ਟਿਸ਼ੂ ਦੇਖ ਰਹੇ ਹੋ, ਜਿੱਥੇ ਮੈਂ ਮਾਊਸ ਘੁਮਾ ਰਿਹਾ, ਇਹ ਮਦਰਸ ਹਿੱਸਾ ਹੈ, ਮਾਤਾ ਦਾ ਹਿੱਸਾ ਹੈ, ਔਰ ਇਹ ਸਰਕੂਲਰ ਫੈਸ਼ਨ ਦੇ ਵਿੱਚ ਜੋ ਹੈ ਇੱਥੇ ਆਣ ਕੇ ਮਾਤਾ ਦਾ ਜਿਹੜਾ ਯੂਟਰਾਈਨ ਵਾਲ ਹੈ ਮਦਰ ਦੀ, ਉਹ ਔਰ ਜਿਹੜੇ ਨੀਲੇ ਨੀਲੇ ਵਿੱਚ ਫੁੱਲਾਂ ਟਾਈਪ ਦਿਸ ਰਹੇ ਆਪ ਨੂੰ, ਇਹ ਫੀਟਲ ਸਰਕੂਲੇਸ਼ਨ ਹੈ, ਜਿਹਨੂੰ ਅਸੀਂ ਟ੍ਰੋਫੋਬਲਾਸਟ ਕਹਿ ਦਿੰਦੇ ਹਾਂ ਮੈਡੀਕਲ ਸਾਇੰਸ ਦੇ ਅੰਦਰ। ਔਰ ਟ੍ਰੋਫੋਬਲਾਸਟ ਨੂੰ ਡਿਸਟਿਡੂਆ ਨੇ ਆਲੇ ਦੁਆਲਿਓਂ ਘੇਰਿਆ ਹੋਇਆ, ਇੱਕ ਘੇਰਾ ਬਣ ਗਿਆ ਹੈ, ਔਰ ਇਸ ਘੇਰੇ ਦੇ ਚਾਰ ਚਫੇਰੇ ਇਸੇ ਤਰ੍ਹਾਂ ਹੀ ਜੋ ਸ਼ਬਦ ਸਤਿਗੁਰਾਂ ਨੇ ਵਰਤਿਆ ਹੈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ, ਇੱਥੇ ਹੀ ਜਿਹੜੀ ਮੋਲੀਕਿਊਲਰ ਰਾਮਕਾਰ ਹੈ, ਜਿਸ ਦੇ ਦਰਸ਼ਨ ਆਪਾਂ ਅੱਗੇ ਜਾ ਕੇ ਕਰਾਂਗੇ, ਉਹ ਇੱਥੇ ਹਾਜ਼ਰ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਇਹ ਮਨਿਓਟਿਕ ਫਲੂਇਡ ਹੈ, ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ। ਔਰ ਇਸ ਵੇਲੇ ਬੱਚੇ ਦੀ ਸੈੱਲ ਤੇ ਸਪਰਮ ਤੋਂ ਬਾਅਦ ਜਿਹੜੀ ਆ ਡਾਈ ਆਪਣੀ ਜਿਹੜੀ ਹੈਗੀ ਆ ਉਹ ਡਿਵੈਲਪਮੈਂਟ ਸ਼ੁਰੂ ਹੋ ਗਈ, ਔਰ ਆਰਗੈਨੋਜੈਨੇਸਿਸ ਵਗੈਰਾ ਜਿਹੜੀ ਆ ਇਹਦੇ ਵਿੱਚ ਵਾਪਰ ਰਹੀਆਂ ਹਨ। ਤੋਂ ਅਗਲੀ ਸਲਾਈਡ ਤੇ ਚੱਲਦੇ ਹਾਂ। ਹੁਣ ਰਿਜੈਕਟ ਕਿਉਂ ਹੁੰਦਾ ਹੈ? ਮੈਡੀਕਲ ਸਾਇੰਸ ਨੂੰ ਕੁਝ ਸਾਲਾਂ ਤੋਂ ਪਤਾ ਲੱਗਾ ਹੈ, ਪਿਛਲੇ 30-40 ਸਾਲ ਤੋਂ, ਔਰ ਦੋਸੇ ਸਾਹਿਬ ਨੇ ਇੱਥੇ ਬੜਾ ਕੰਮ ਕੀਤਾ ਹੈ ਕਿ no two individuals are similar, ਕੋਈ ਵੀ ਦੋ ਇਨਸਾਨ ਇੱਕੋ ਜਿਹੇ ਨਹੀਂ ਨੇ, ਕਿਉਂਕਿ ਉਹਨਾਂ ਦੇ ਅੰਦਰ ਟਿਸ਼ੂਜ਼ ਨੇ, ਜੋ ਮਸਲਸ ਨੇ ਜਾਂ ਹੋਰ ਟਿਸ਼ੂਜ਼ ਨੇ, ਸੈਲਸ ਨੇ, ਉਹਨਾਂ ਦੇ ਉੱਤੇ ਖਾਸ ਕਿਸਮ ਦੇ ਮੋਲੀਕਿਊਲਸ ਨੇ ਜਿਨ੍ਹਾਂ ਨੂੰ ਟਰਾਂਸਪਲਾਂਟੇਸ਼ਨ ਐਂਟੀਜਨਸ ਕਿਹਾ ਜਾਂਦਾ ਹੈ। ਔਰ ਦੋ ਇੰਡੀਵਿਜੂਅਲਸ ਦੇ ਉਹ ਟਰਾਂਸਪਲਾਂਟੇਸ਼ਨ ਐਂਟੀਜਨਸ ਜੋ ਇੱਕ ਮੈਂ ਆਪ ਜੀ ਨੂੰ ਦਿਖਾ ਰਿਹਾ ਹਾਂ, ਕਲਾਸ 1 ਤੇ ਕਲਾਸ 2 ਇਹਨਾਂ ਦੀ ਕੈਟੇਗਰਾਈਜੇਸ਼ਨ ਕੀਤੀ ਗਈ ਹੈ ਮੈਡੀਕਲ ਸਾਇੰਸ ਦੇ ਅੰਦਰ। ਇਹ ਦੋ ਇੰਡੀਵਿਜੂਅਲਸ ਦੇ ਬਿਲਕੁਲ ਅਲੱਗ ਨੇ, ਜਿਸ ਨੂੰ ਸਤਿਗੁਰ ਦੀ ਬਾਣੀ ਨੇ ਵੀ ਕਿਹਾ ਹੈ ਕਿ ਆਸਾ ਜੀ ਦੀ ਵਾਰ 'ਚ ਮੇਰੇ ਖਿਆਲ ਦੇ ਵਿੱਚ ਆਉਂਦਾ ਹੈ ਕਿ ਤੁਧ ਵੇਖੀ ਜਗਤ ਉਪਾਇਆ, ਜਾਂ ਗੁਰਬਾਣੀ ਦੇ ਅੰਦਰ ਆਉਂਦਾ ਹੈ ਕਰਤੇ ਮੇਰੇ ਇੱਕ ਖੇਲ ਰਚਾਇਆ, ਕੋਈ ਨਾ ਕਿਸ ਹੀ ਜਿਹਾ ਉਪਾਇਆ। ਕਰਤੇ ਮੇਰੇ ਨੇ ਇੱਕ ਖੇਲ ਰਚਾ ਦਿੱਤਾ ਕਿ ਦੋ ਇੰਡੀਵਿਜੂਅਲਸ ਆਪਸ ਵਿੱਚ ਮਿਲਦੇ ਨਹੀਂ, ਜਿਵੇਂ ਬਾਹਰੋਂ ਸ਼ਕਲਾਂ ਨਹੀਂ ਮਿਲਦੀਆਂ, ਇਸੇ ਤਰ੍ਹਾਂ ਹਰ ਸੈੱਲ ਵੀ ਯੂਨੀਕ ਹੈ ਆਪਣੇ ਆਪ ਦੇ ਵਿੱਚ, ਬਿਕਾਜ਼ ਆਫ ਥੀਸ ਮੋਲੀਕਿਊਲਸ, ਇਹਨਾਂ ਨੂੰ HLA ਜਾਂ MHC ਮੋਲੀਕਿਊਲਸ। ਔਰ ਅਗਲੀ ਸਲਾਈਡ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਜੈਨੇਟਿਕ ਕੰਪਲੈਕਸ ਕ੍ਰੋਮੋਸੋਮਸ ਦੇ ਉੱਤੇ, ਹਿਊਮਨ ਕ੍ਰੋਮੋਸੋਮ ਦੇ ਵਿੱਚ 6ਵੇਂ ਨੰਬਰ ਦੇ ਉੱਤੇ, 6th ਕ੍ਰੋਮੋਸੋਮ ਦੇ ਉੱਤੇ ਇਹ ਸਾਰਾ ਕੰਪਲੈਕਸ ਪਿਆ ਹੈ, ਜਿਹਨੂੰ HLA ਕੰਪਲੈਕਸ ਕਹਿੰਦੇ ਆ। ਔਰ ਇਹ ਉਹਦੀਆਂ ਵੱਖਰੀਆਂ ਵੱਖਰੀਆਂ ਜੀਨਸ ਹਨ, ਜਿਨ੍ਹਾਂ ਤੋਂ ਜਿਹੜੇ ਪਹਿਲੀ ਸਲਾਈਡ 'ਚ ਆਪਾਂ ਮੋਲੀਕਿਊਲ ਦੇਖੇ ਸੀ ਉਹ ਬਣਦੇ ਹਨ। ਔਰ ਫਿਰ ਉਸੇ ਚੀਜ਼ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਡਿਵੈਲਪਿੰਗ ਫੀਟਸ ਜਿਹੜਾ ਹੈ ਉਹਦਾ ਨਾੜੂ ਹੈ ਜਾਂ ਅੰਬਲਾਈਕਲ ਕਾਰਡ ਹੈ, ਔਰ ਅੱਗੇ ਜਾ ਕੇ ਜਿਸ ਵੇਲੇ ਇਹ ਚੱਪੜੀ ਨੁਮਾ ਜਾਂ ਕਹਿ ਲਓ ਛਤਰੀ ਨੁਮਾ ਹੋ ਜਾਂਦਾ ਹੈ, ਇਸ ਨੂੰ ਪਲਸੈਂਟਾ ਕਹਿੰਦੇ ਹਨ। ਇਹ ਉਹਦਾ ਇੱਕ ਕਿਸਮ ਦਾ ਕਟਵਾਂ ਸੈਕਸ਼ਨ ਜਿਹੜਾ ਹੈ TS ਟਾਈਪ ਕਟਿਆ ਹੋਇਆ ਹੈ। ਔਰ ਹੁਣ ਆਪਾਂ ਅਖੀਰਲੀ ਸਲਾਈਡ ਤੇ ਪਹੁੰਚਦੇ ਹਾਂ, ਜਿੱਥੇ ਆਪਾਂ ਕੋਸ਼ਿਸ਼ ਕਰਾਂਗੇ ਕਿ ਦਰਸ਼ਨ ਕਰੀਏ ਕਿ ਵਾਕਿਆ ਹੀ ਜਿਹੜੀ ਸਤਿਗੁਰ ਨੇ ਉਸ ਸਮੇਂ ਗੁਰਬਾਣੀ ਦੇ ਅੰਦਰ ਇਹ ਚੀਜ਼ ਦੱਸੀ ਕਿ ਉਹ ਵਾਕਿਆ ਸਾਨੂੰ ਸਾਇੰਸ ਦੀ, ਅਸੀਂ ਬਾਇਓਲੋਜੀ ਦੀ ਹੈਲਪ ਦੇ ਨਾਲ ਉਸ ਨੂੰ ਵੇਖ ਸਕਦੇ ਹਾਂ। ਮੈਂ ਕੋਸ਼ਿਸ਼ ਕਰ ਰਿਹਾ ਹਾਂ ਸਮਾਂ ਵੇਖਣ ਦੀ ਕਿ ਸਮਾਂ ਕਿੰਨਾ ਕੁ ਹੋ ਗਿਆ। ਤੋ ਡਾਕਟਰ ਸਾਹਿਬ ਠੀਕ ਚੱਲ ਰਿਹਾ ਸਮਾਂ ਜੀ? ਹੈਲੋ ਡਾਕਟਰ ਸਾਹਿਬ ਜੀ, ਅਨਮਿਊਟ ਕਰਕੇ ਦੱਸੋ ਜੀ। ਡਾਕਟਰ ਸਾਹਿਬ ਜੀ ਅਨਮਿਊਟ ਕਰੋ ਪਹਿਲਾਂ, ਮੈਨੂੰ ਕਿਹਾ ਜੀ, ਪਹਿਲਾਂ ਅਨਮਿਊਟ ਕਰੋ। ਮੈਨੂੰ ਕਿਹਾ ਡਾਕਟਰ ਸਾਹਿਬ? ਨਹੀਂ, ਡਾਕਟਰ ਸਚਦੇਵ ਨੂੰ ਕਹਿ ਰਿਹਾ। ਅੱਛਾ ਚਲੋ ਤੁਸੀਂ ਦੱਸ ਦਿਓ ਵੀ ਟਾਈਮ ਕਿੰਨਾ ਕੁ ਹੋ ਗਿਆ ਹੈ। ਟਾਈਮ ਤਾਂ ਜੀ 6:29 ਹੋਏ ਨੇ, ਮੈਨੂੰ ਲੱਗਦਾ ਵੀ ਥੋੜਾ ਜਿਹਾ ਟਾਈਮ ਹੈਗਾ ਅਜੇ। ਓਕੇ ਜੀ, ਸਤਬਚਨ ਜੀ, ਕਿਉਂਕਿ 8:45 ਕਿਤੇ ਆਪਾਂ ਮੇਰੇ ਖਿਆਲ ਸ਼ੁਰੂ ਕੀਤਾ ਸੀਗਾ। ਹਾਂਜੀ 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 ਜੀ ਆ। ਤੋ ਆਓ ਜੀ ਸੰਗਤ ਜੀ, ਸੌਰੀ ਮੈਂ ਵਿੱਚੋਂ ਥੋੜਾ ਜਿਹਾ ਬਾਹਰ ਗਿਆ। ਤੋ ਆਪ ਜੀ ਦੇ ਸਾਹਮਣੇ ਹੁਣ ਇੱਕ ਸਲਾਈਡ, ਇਹਨੂੰ ਮੈਂ ਕੋਸ਼ਿਸ਼ ਕਰਦਾ ਵੀ ਥੋੜੀ ਜਿਹੀ ਇਹਨੂੰ ਮੈਗਨੀਫਾਈ ਕਰਾਂ ਜੇ ਮੈਂ ਕਰ ਸਕਿਆ। ਤੇ
ਲਓ ਜੀ ਮੈਗਨੀਫਿਕੇਸ਼ਨ ਹੋ ਗਈ, ਇਹਦੀ ਪੋਜੀਸ਼ਨ ਵੀ ਸੈੱਟ ਕਰਾਂ। ਮੇਰੇ ਖਿਆਲ ਹੁਣ ਆਪ ਜੀ ਨੂੰ ਜੋ ਕੁਛ ਇਹਦੇ ਉੱਤੇ ਲਿਖਿਆ ਹੈ ਸ਼ਾਇਦ ਉਸ ਦੇ ਵੀ ਦਰਸ਼ਨ ਹੋ ਰਹੇ ਨੇ। ਤੋ ਗੁਰਮੁਖ ਪਿਆਰਿਓ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਮੈਂ ਕੋਸ਼ਿਸ਼ ਕਰਦਾ ਹਾਂ ਕਿ ਮਾਊਸ ਦੇ ਨਾਲ, ਐਰੋ ਦੇ ਨਾਲ ਆਪ ਜੀ ਨੂੰ ਇਹ ਜਿਹੜਾ ਗ੍ਰੀਨ ਪੋਰਸ਼ਨ ਹੈ, ਇੱਕ ਛਤਰੀ ਜੀ ਆਪ ਜੀ ਨੂੰ ਦਿਸ ਰਹੀ ਹੈ ਜਿਸ ਦੇ ਉੱਪਰ ਗ੍ਰੀਨ ਪੋਰਸ਼ਨ ਹੈ, ਇਹ ਮਦਰ ਦੀ ਸਾਈਡ ਹੈ ਜਿਸ ਨੂੰ ਆਪਾਂ ਡੈਸੀਡੂਆ ਕਿਹਾ ਗਿਆ ਹੈ, ਇੱਥੇ ਲਿਖਿਆ ਹੋਇਆ ਹੈ, ਜਾਂ ਯੂਟਰਾਈਨ ਵਾਲ ਕਹਿ ਸਕਦੇ ਹਾਂ, ਜਿੱਥੇ ਬੱਚਾ ਪਲਸੈਂਟਾ ਦੀ ਹੈਲਪ ਦੇ ਨਾਲ ਆਣ ਕੇ ਅਟੈਚ ਹੋਇਆ ਹੈ। ਔਰ ਉਹਦੇ ਵਿੱਚ ਦੋ ਕਿਸਮ ਦੇ ਸੈੱਲ ਜਿਹੜੇ ਆਪ ਜੀ ਨੂੰ ਦਿਖਾਈ ਦੇ ਰਹੇ ਨੇ, ਇਹ ਜਿੱਥੇ ਲਿਖਿਆ ਟੀ ਰੈਗੂਲੇਟਰੀ ਸੈੱਲ ਹੈ ਇੱਕ, ਔਰ ਇਸ ਤੋਂ ਇਲਾਵਾ ਯੂ ਕਰਕੇ ਲਿਖਿਆ ਹੋਇਆ UNK ਸੈੱਲ, ਯੂਟਰਾਈਨ, U stands for ਯੂਟਰਾਈਨ, ਔਰ NK ਦਾ ਮਤਲਬ ਹੈ ਨੈਚੁਰਲ ਕਿਲਰ ਸੈੱਲ। ਮੈਡੀਕਲ ਸਾਇੰਸ ਦੇ ਅੰਦਰ ਇਹ ਉਹ ਸੈੱਲਸ ਨੇ ਜਿਹੜੇ ਸਾਨੂੰ ਕੈਂਸਰ ਤੋਂ ਮਹਿਫੂਜ਼ ਰੱਖਦੇ ਨੇ, NK ਸੈੱਲਸ। ਔਰ ਇਹ ਇਮਿਊਨ ਸਿਸਟਮ ਦਾ ਹਿੱਸਾ ਹੈ। ਇਮਿਊਨ ਸਿਸਟਮ ਦੇ ਵਿੱਚ ਮੇਜਰ ਸੈੱਲਸ ਆਪਾਂ ਨਾਂ ਸੁਣੇ ਨੇ, ਮੈਕਰੋਫਾਜਸ ਨੇ, ਟੀ ਸੈੱਲਸ ਨੇ, ਬੀ ਸੈੱਲਸ ਨੇ, ਇਹਨਾਂ ਨੂੰ ਲਿੰਫੋਸਾਈਟਸ ਕਹਿ ਦਿੰਦੇ ਟੀ ਤੇ ਬੀ ਸੈੱਲਸ ਨੂੰ। ਔਰ ਉਹਨਾਂ ਲਿੰਫੋਸਾਈਟਸ ਦੇ ਵਿੱਚੋਂ ਸਰਕੂਲੇਸ਼ਨ ਦੇ ਰਾਹੀਂ ਗ੍ਰੀਨ ਪੋਰਸ਼ਨ ਦੇ ਵਿੱਚ ਮਦਰ ਸਾਈਡ ਦੇ ਉੱਤੇ ਬਲੱਡ ਦੇ ਵਿੱਚ ਇਹ ਸੈੱਲਸ ਹਾਜ਼ਰ ਨੇ। ਇਹ ਕਿਉਂ ਹਾਜ਼ਰ ਨੇ? ਇਹਨਾਂ ਨੂੰ ਪਤਾ ਲੱਗ ਗਿਆ ਕਿ ਕੋਈ ਫੋਰਨ ਬੋਡੀ ਸਾਡੇ ਵਿੱਚ ਜਿਹੜੀ ਆ ਗਈ ਹੈ ਇਸ ਸਰੀਰ ਦੇ ਅੰਦਰ, ਤੇ ਸਾਨੂੰ ਜਾ ਕੇ ਰਿਜੈਕਟ ਕਰਨਾ ਚਾਹੀਦਾ। ਔਰ ਇਹਨਾਂ ਸੈੱਲਾਂ ਨੇ ਉਹੀ ਜਿਹੜੇ HLA ਮੋਲੀਕਿਊਲਸ ਆਪਾਂ ਪਿੱਛੇ ਕਹਿ ਕੇ ਆਏ ਆ, ਜਿਨ੍ਹਾਂ ਨੂੰ ਗੁਰਬਾਣੀ ਨੇ ਵੀ ਦੱਸਿਆ ਹੈ ਕਿ ਇਹ ਮਤਲਬ ਜਿਹੜੇ ਆ, ਅਸੀਂ ਭਿੰਨ ਭਿੰਨ ਹਾਂ, ਤੁਧ ਵੇਖੀ ਜਗ ਤੋਂ ਪਾਇਆ, ਜਾਂ ਕਰਤੇ ਮੇਰੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਇਹ ਇਸ ਸਿਚੁਏਸ਼ਨ ਦਾ ਸਾਹਮਣਾ ਕਰਨ ਲਈ ਇੱਥੇ ਆਣ ਕੇ ਹਾਜ਼ਰ ਹੋ ਗਏ। ਔਰ ਇਸੇ ਨੂੰ ਹੀ ਆਪਾਂ ਅੱਗ ਵਰਗੀ ਆਫਤ ਕਹਿ ਸਕਦੇ ਹਾਂ। ਔਰ ਇਸੇ ਨੂੰ ਹੀ ਗੁਰਬਾਣੀ ਦੇ ਅੰਦਰ ਜਮਦੂਤ ਦਾ ਸ਼ਬਦ ਵੀ ਵਰਤਿਆ ਗਿਆ ਹੈ, ਕਿਉਂਕਿ ਭਿਆਨਕ ਦ੍ਰਿਸ਼ ਪੈਦਾ ਹੋ ਜਾਂਦਾ ਹੈ। ਔਰ ਜਿਵੇਂ ਬਾਹਰ ਆਪਾਂ ਜਮਦੂਤ ਦੀ ਗੱਲ ਕਰਦੇ ਹਾਂ, ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਨੂੰ ਜਮਦੂਤ ਲੈਣ ਆਉਂਦੇ ਨੇ, ਔਰ ਗੁਰਬਾਣੀ ਵਾਕਿਆ ਉਸ ਚੀਜ਼ ਦੀ ਪੁਸ਼ਟੀ ਕਰਦੀ ਹੈ ਕਿ ਜਿਸ ਵੇਲੇ ਸਾਡੇ ਅੰਦਰੋਂ ਆਤਮਾ ਦਾ ਜਿਹੜਾ ਹੈ ਅਸੀਂ ਆਤਮਾ ਸਾਡੀ ਜਿਹੜੀ ਹੈ ਸਰੀਰ ਚੋਂ ਇੱਥੋਂ ਚਲੇ ਜਾਂਦੀ ਹੈ, ਤਾਂ ਸਾਡੇ ਸਰੀਰ ਨੂੰ ਮਤਲਬ ਜਿਹੜਾ ਹੈ ਆਪਰੇਸ਼ਨ ਕਰਕੇ ਜਮਦੂਤ ਹੀ ਉਸ ਨੂੰ ਵੱਖ ਕਰਦੇ ਹਨ। ਤੋ ਇਹ ਆ ਗਏ ਨੇ ਕਿ ਬੱਚੇ ਨੂੰ ਜਮਦੂਤ ਰੂਪੀ ਆਣ ਕੇ ਵਿਖਾਲੀ ਦਿੰਦੇ ਨੇ। ਲੇਕਿਨ ਅਗਲੇ ਪਾਸੇ ਆਪ ਜੀ ਦੇਖੋ ਕਿ ਬੱਚੇ ਦਾ ਜਿਹੜਾ ਨੀਲਾ ਸਾਰਾ ਪੋਰਸ਼ਨ ਔਰ ਰੈੱਡ ਜਿਹੇ ਟਿਮਕਣੇ ਜਿਹੜੇ, ਇਹ ਸਾਰਾ ਪੋਰਸ਼ਨ ਬੱਚੇ ਦਾ ਹੈ, ਟ੍ਰੋਫੋਬਲਾਸਟ ਜਿਹਨੂੰ ਕਹਿੰਦੇ ਹਾਂ। ਇਹ ਪਲਸੈਂਟਾ ਜੋ ਬੱਚੇ ਦੇ ਨਾੜੂ ਤੋਂ ਚੱਲ ਕੇ ਆਇਆ, ਉਹਦਾ ਹੀ ਕ੍ਰਾਸ ਸੈਕਸ਼ਨ ਕੱਟਿਆ ਹੋਇਆ ਹੈ। ਔਰ ਆ ਜਿੰਨੀ ਕਿਸਮ ਦੇ ਇੱਥੇ ਇਹ ਚੀਜ਼ਾਂ ਪਈਆਂ ਨੇ, ਇਹ ਗਲਾਈਕੋਪ੍ਰੋਟੀਨਸ ਤੇ ਪ੍ਰੋਟੀਨਸ ਨੇ। ਇਹਨਾਂ ਨੂੰ ਰਾਮਕਾਰੀ ਪ੍ਰੋਟੀਨ ਵੀ ਕਹਿ ਸਕਦੇ ਹਾਂ। ਵੈਸੇ ਬੇਸਿਕਲੀ ਇਹ ਗਲਾਈਕੋਪ੍ਰੋਟੀਨਸ ਨੇ, ਔਰ ਇਹ ਪ੍ਰੋਟੈਕਟ ਕਰ ਰਹੇ ਨੇ ਕਿ ਆ ਜਿਹੜੇ ਜਮਦੂਤ ਨੇ, ਆ ਜਿਹੜੇ ਸੈੱਲਸ ਨੇ, ਟੀ ਸੈੱਲਸ ਤੇ ਬੀ ਸੈੱਲਸ ਨੇ, ਇਹ ਇਥੋਂ ਜੇ ਇਹਨੂੰ ਡਿਸਟਰਾਏ ਕਰ ਦੇਣ ਤਾਂ ਅਬੋਰਸ਼ਨ ਹੋ ਸਕਦੀ ਹੈ। So for the maintenance of allograft, it is must that these cells must be neutralized by the Ramkar। ਔਰ ਸਾਇੰਸ ਨੂੰ ਪਤਾ ਲੱਗਾ ਹੈ ਕਿ ਦੋ ਚੀਜ਼ਾਂ ਇੱਥੇ ਵਾਪਰੀਆਂ ਨੇ। ਇੱਕ ਤਾਂ ਇਹ ਵਾਪਰੀ ਆ ਕਿ ਜਿਹੜੇ ਉਹ ਮੋਲੀਕਿਊਲਸ ਦੀ ਮੈਂ ਪਿੱਛੇ ਗੱਲ ਕਰਕੇ ਆਇਆ, HLA ਮੋਲੀਕਿਊਲਸ, ਟ੍ਰਾਂਸਪਲਾਂਟੇਸ਼ਨ ਐਂਟੀਜਨਸ ਔਰ MHC ਮੋਲੀਕਿਊਲਸ, ਉਹ ਕਰਤਾ ਪੁਰਖ ਨੇ, ਕਿਉਂਕਿ ਬੱਚਾ ਸਿਮਰਨ 'ਚ ਹੈ, ਉਹਨਾਂ ਨੂੰ ਇਥੋਂ ਡਿਸਅਪੀਅਰ ਹੀ ਕਰਾਤਾ। ਭਾਵੇਂ ਉਹ ਬੱਚੇ ਦੇ ਅੰਦਰ ਮੌਜੂਦ ਹੋਣਗੇ ਜਿਸ ਵੇਲੇ ਦਾ ਜਨਮ ਹੋ ਜਾਣਾ ਹੈ, ਔਰ ਉਹਨਾਂ ਦੇ ਪ੍ਰਾਈਮੋਰਡੀਆ ਉੱਥੇ ਹਾਜ਼ਰ ਨੇ, ਬਟ ਦੇ ਹੈਵ ਬਿਨ ਹਿਡਨ ਬਾਈ ਦੀ ਨੇਚਰ, ਉਹ ਇੱਥੇ ਹਾਜ਼ਰ ਨਹੀਂ। ਔਰ ਉਸ ਤੋਂ ਇਲਾਵਾ ਕੁਝ ਐਡੀਸ਼ਨਲ ਪ੍ਰੋਟੀਨਸ ਦੇ ਦਿੱਤੇ ਜੋ ਨਾ ਮਾਤਾ ਵੱਲ ਨੇ ਔਰ ਨਾ ਹੀ ਅਡਲਟ ਦੇ ਵਿੱਚ ਨੇ। ਔਰ ਉਸ ਵੇਲੇ ਉਹ ਜਿਹੜੇ ਆ ਇੱਥੇ ਉਹਨਾਂ ਦਾ ਪੂਰਾ ਇੱਕ ਕਿਸਮ ਦਾ, ਆ ਵੇਖੋ ਲਾਲ ਰੰਗ ਦਾ ਕਿੰਨੀ ਕੰਸਨਟ੍ਰੇਸ਼ਨ ਹੈ, ਪੋਚਾ ਹੀ ਫਿਰਿਆ ਹੋਇਆ ਹੈ, ਉਹਦੇ ਵਿੱਚ ਆ ਹੋਰ ਲੰਬੇ ਲੰਬੇ ਜਿਹੜੇ ਮੋਲੀਕਿਊਲਸ ਇਹ ਲਾਤੇ ਗਏ ਨੇ, ਉਸ ਤੋਂ ਥੱਲੇ ਹੋਰ ਇੱਕ ਲਾਈਨ ਲਾਤੀ ਗਈ ਆ। ਸੋ ਇਸ ਢੰਗ ਨਾਲ ਕੰਪਲੀਟ ਕਵਰੇਜ, ਇੱਕ ਅੰਬਰੇਲਾ ਬਣਾ ਦਿੱਤਾ ਗਿਆ ਰਾਮਕਾਰ ਦਾ, ਜਿਹਦੇ ਕਰਕੇ ਇਹ ਜਿਹੜੇ ਹੈਗੇ ਆ ਲਿੰਫੋਸਾਈਟਸ, ਟੀ ਸੈਲਸ ਤੇ ਬੀ ਸੈਲਸ,
ਉਹ ਬਿਲਕੁਲ ਕਿਸੇ ਕਿਸਮ ਦਾ ਇੱਥੇ ਕੱਟ ਨਹੀਂ ਲਾ ਸਕਦੇ, ਨੁਕਸਾਨ ਨਹੀਂ ਕਰ ਸਕਦੇ, ਜਾਂ ਜਿਹੜਾ ਉਹ ਆਪਣਾ ਅਗਨੀ ਰੂਪ ਹੈ ਜਿਹਦੇ ਨਾਲ ਕਿ ਉਹ ਇੱਥੋਂ ਜਲਾ ਦੇਣ ਜਾਂ ਕੋਈ ਨੁਕਸਾਨ ਕਰ ਦੇਣ, ਉਹ ਬਿਲਕੁਲ ਨਹੀਂ ਕਰ ਸਕਦੇ। ਕਿਉਂਕਿ ਸਤਿਗੁਰ ਦੀ ਬਾਣੀ ਨੇ ਬਾਰ-ਬਾਰ ਕਿਹਾ ਹੈ ਕਿ ਇਹ ਇੱਥੇ ਇੱਕ ਕਿਸਮ ਦੀ ਭਿਆਨਕ ਅਗਨੀ ਤਰ੍ਹਾਂ ਦੀ ਆਫਤ ਹੈ, ਔਰ ਇੱਥੋਂ ਤੱਕ ਕਿ ਉਹਨੂੰ ਮਹਾ ਅਗਨੀ ਵੀ ਕਿਹਾ ਗਿਆ ਹੈ ਕਿ ਜਿਹੜੀ ਦਾ ਖਤਰਾ ਬਣਿਆ ਹੋਇਆ ਹੈ। ਸੋ ਉਹ ਮਹਾ ਅਗਨ ਕੋਈ ਹੋਰ ਨਹੀਂ, ਉਹ ਇਮਿਊਨ ਸਿਸਟਮ ਹੀ ਹੈ ਮਦਰ ਦਾ, ਜਿਹਨੇ ਕਿ ਮਦਰ ਦੀ ਰੱਖਿਆ ਕਰਨੀ ਆ। ਪਰ ਕਿਉਂਕਿ ਫੀਟਸ ਦੀ ਤੇ ਜਿਹੜੇ ਬਾਹਰੋਂ ਮਾਈਕਰੋਬਸ ਆਉਂਦੇ ਆ ਉਹ ਫੋਰਨ ਨੇ, ਇਸ ਕਰਕੇ ਉਹਦਾ ਐਕਸ਼ਨ ਕਰਨਾ ਬਣਦਾ ਸੀ। ਉਹ ਆਪਣੀ ਡਿਊਟੀ ਦੇ ਮੁਤਾਬਕ ਹਾਜ਼ਰ ਹੋ ਗਏ ਇੱਥੇ। ਬਾਰ-ਬਾਰ ਮੈਂ ਆਪ ਜੀ ਨੂੰ ਦੱਸ ਰਿਹਾ, ਜਿਵੇਂ ਟੀ ਰੈਗੂਲੇਟਰੀ ਸੈਲਸ ਔਰ ਦੀ ਸੈਕੰਡ ਕੈਟੇਗਰੀ ਆਫ ਸੈਲਸ UNK ਸੈਲਸ ਔਰ ਨੈਚੁਰਲ ਕਿਲਰ ਸੈਲਸ, ਔਰ ਅੱਜ ਕੱਲ੍ਹ ਤਾਂ ਇਹਦਾ ਟੈਸਟ ਵੀ ਹੁੰਦਾ ਹੈ NK ਐਕਟੀਵਿਟੀ ਦਾ, NK ਸੈਲਸ ਦਾ, ਔਰ ਇਹ ਪ੍ਰੈਡਿਕਟ ਕੀਤਾ ਜਾਂਦਾ ਹੈ ਕਿ ਜਿਨ੍ਹਾਂ 'ਚ NK ਐਕਟੀਵਿਟੀ ਕਾਫੀ ਨਾਰਮਲ ਹੋਵੇ ਉਹਨਾਂ ਦੇ ਲਾਗੇ ਕੈਂਸਰ ਫਟਕ ਨਹੀਂ ਸਕਦੀ। ਔਰ ਕੁਝ ਕਾਰਨਾਂ ਕਰਕੇ ਜਦੋਂ NK ਐਕਟੀਵਿਟੀ NKSA ਕੀਤਾ ਜਾਂਦਾ ਹੈ ਮੈਡੀਕਲੀ, ਔਰ NK ਐਕਟੀਵਿਟੀ ਡਾਊਨ ਜਾਵੇ ਤੇ ਬੰਦੇ ਨੂੰ ਕੈਂਸਰ ਆਦਿ ਰੋਗ ਆਣ ਘੇਰਦੇ ਹਨ। ਔਰ ਉਹ ਇੱਕ ਬੜਾ ਅੱਛਾ ਡਾਇਗਨੋਸਟਿਕ ਟੈਸਟ ਹੈ, ਔਰ अर्ਲੀ ਡਾਇਗਨੋਸਿਸ ਹੋਣ ਕਰਕੇ ਫਿਰ ਅਸੀਂ ਵੀ ਕੈਨ ਟੇਕ ਸਰਟਨ ਮੇਜਰਸ ਟੂ ਪ੍ਰੀਵੈਂਟ ਕੈਂਸਰ ਵਿਦ ਦੀ ਹੈਲਪ ਆਫ ਕੋਰਸ ਡਾਕਟਰਸ। तो ऐसी सतगुरु ने लीला रचाई इत्थे कि ये जो टिमकने आप जी वेख रहे इन्हां नाम दिता गया है। आप जी दी स्क्रीन दे उत्ते हुण फोटोआं च कवर हो रहे ने, मैं कोशिश करदा हां। इहदा नाम है HLAG, खैर हो नहीं रहा। इत्थे अगे जाके इहदा नाम लिखिआ है, जिस तरह HLA आप जी देख रहे हो, HLAC देख रहे हो, इत्थे टाइप किया होया है। HLA फास्ट लैगेंड टाइप किया, आइडो मॉलिक्यूल प्रेजेंट किया गया है, इत्थे लिखिया गया है। इसी तरह द मोस्ट प्रेडोमिनेंट आउट ऑफ दीज रामकारी प्रोटीन्स या प्लेसेंटल बैरियर यू कैन से, वो HLAG मॉलिक्यूल है। और ਉਹਦੇ ਨਾਲ 8 ਮੋਲੀਕਿਊਲਸ ਜਿਹੜੇ ਨੇ, 7 ਮੋਲੀਕਿਊਲਸ ਹੋਰ ਨੇ, ਉਹਨਾਂ ਦੇ ਨਾਮ ਹੀ ਬਕਾਇਦਾ ਇੱਥੇ ਲਿਖੇ ਗਏ ਨੇ ਆ ਥੱਲੜੇ ਕੁਰੀਓਨਿਕ ਵਿਲਾਈ ਦੇ ਨਾਲ, ਜੋ ਕਿ ਫਿਰ ਕਵਰ ਹੋ ਰਿਹਾ, ਇਸ ਕਰਕੇ ਮੈਨੂੰ ਗਾਂਹ ਪਿਛਾਂਹ ਨਹੀਂ ਕਰਨਾ ਆਉਂਦਾ, ਮੈਂ ਆਪ ਜੀ ਨੂੰ ਉਹਦੇ ਦਰਸ਼ਨ ਨਹੀਂ ਕਰਾ ਸਕਦਾ। ਔਰ ਉਹ 7-8 ਕਿਸਮ ਦੇ ਜਿਹੜੇ ਪ੍ਰੋਟੀਨਸ ਨੇ ਜਿਨ੍ਹਾਂ ਦੇ ਵੱਖਰੇ ਵੱਖਰੇ ਨਾਂ ਨੇ, ਡੈਫ ਐਂਡ HLAC, ਫੈਸ ਲਾਈਗੈਂਡ, ਆਈਡੋ ਐਂਡ ਅਦਰਸ, ਉਹ ਤਕਰੀਬਨ 8 ਮੋਲੀਕਿਊਲਸ ਨੇ। ਔਰ ਨਾਵਾਂ ਸੋਲੂਬਲ ਮੋਲੀਕਿਊਲ ਹੈ ਜਿਹੜਾ ਇੱਥੇ ਹਾਜ਼ਰ ਹੁੰਦਾ ਹੈ, ਵਿਖਾਇਆ ਇੱਥੇ ਨਹੀਂ ਗਿਆ, ਉਹਦਾ ਨਾਂ ਹੈ, ਡਾਕਟਰਸ ਬੜੀ ਜਲਦੀ ਸਮਝ ਸਕਦੇ ਨੇ, that is one kind of cytokine, interleukin 10। ਔਰ interleukin 10 ਜੋ ਕਿ ਲਿੰਫੋਸਾਈਟਸ ਜਨਰੇਟ ਕਰਦੇ ਨੇ ਮਦਰਸ ਇਮਿਊਨ ਸਿਸਟਮ, ਉਹ interleukin 10 ਪ੍ਰੈਗਨੈਂਸੀ ਦੇ ਵਿੱਚ ਉਹਦੇ ਲੈਵਲ ਹਾਈ ਹੋ ਜਾਂਦੇ ਹਨ, ਔਰ ਇੱਥੇ ਆਣ ਕੇ ਉਹਦਾ ਗ੍ਰੇਡੀਐਂਟ ਬਣ ਜਾਂਦਾ ਹੈ ਗ੍ਰੀਨ ਜਗ੍ਹਾ ਦੇ ਉੱਤੇ। ਔਰ ਉਹ ਬਕਾਇਦਾ ਆ ਜਿਹੜੇ ਸੈਲਸ ਨੇ ਇਹਨਾਂ ਨੂੰ ਕਹਿ ਲਓ ਪੰਜਾਬੀ 'ਚ ਨਿੰਮੋ ਝੂਣੇ ਕਰ ਦਿੰਦੀ, IL-10 ਦੀਆਂ ਬ੍ਰੇਕਾਂ ਲਾ ਦਿੰਦੀ ਆ, ਇਹਨਾਂ ਦਾ ਐਕਸ਼ਨ ਖਤਮ ਕਰ ਦਿੰਦੀ ਆ। ਔਰ ਰਹਿੰਦਾ ਖੁੰਦਾ ਐਕਸ਼ਨ ਜਿਹੜਾ ਆ 7-8 ਮੋਲੀਕਿਊਲਸ ਨੇ ਰਾਮਕਾਰ ਦੇ, HLAG ਜਿਨ੍ਹਾਂ 'ਚੋਂ ਸਭ ਤੋਂ ਪ੍ਰੈਡੋਮੀਨੈਂਟ ਹੈ, ਜਿਹੜਾ ਕਿ ਬੱਚੇ ਦਾ ਜਨਮ ਹੁੰਦਿਆਂ ਹੀ ਡਿਸਅਪੀਅਰ ਹੋ ਜਾਂਦਾ ਹੈ, ਔਰ 7-8 ਬਾਕੀ ਦੇ ਵੀ ਡਿਸਅਪੀਅਰ ਹੋ ਜਾਂਦੇ ਨੇ। ਔਰ IL-10 ਦਾ ਗ੍ਰੇਡੀਐਂਟ ਵੀ ਡਿਸਅਪੀਅਰ ਹੋ ਜਾਂਦਾ ਹੈ, ਐਂਡ ਮਦਰਸ ਟਰਨਸ ਟੂ ਨਾਰਮਲ ਲੈਵਲਸ ਆਫ IL-10। ਸੋ ਇਹ ਸਾਰੇ ਰਲ ਮਿਲ ਕੇ ਜਿਹੜੇ ਹਨ, ਇਹਨਾਂ ਜਮਦੂਤਾਂ ਦਾ ਵਸ ਨਹੀਂ ਚੱਲਣ ਦਿੰਦੇ, ਔਰ ਇਹ ਜਿਹੜੀਆਂ ਆਫਤਾਂ ਨੇ ਇਹ ਬੱਚੇ ਦਾ ਕੱਖ ਨਹੀਂ ਵਿਗਾੜ ਸਕਦੀਆਂ, ਔਰ ਬੱਚਾ ਆਪਣੇ ਆਨੰਦ ਦੇ ਨਾਲ ਉਹ ਆਪਣੀ ਟਰਮ ਜਿਹੜੀ ਆ ਪੂਰੀ ਕਰ ਲੈਂਦਾ ਹੈ। ਔਰ ਸਤਿਗੁਰ ਦੀ ਬਾਣੀ ਇਹਨਾਂ ਜਮਦੂਤਾਂ ਬਾਰੇ ਐਂ ਕਹਿੰਦੀ ਹੈ, ਤੁਸੀਂ ਆਪਣਾ ਧਿਆਨ ਹੁਣ ਇਹਨਾਂ ਨੂੰ ਸਮਝੋ ਵੀ ਇਹ ਜਮਦੂਤ ਹੀ ਨੇ। ਸਤਿਗੁਰ ਦੀ ਬਾਣੀ ਕਹਿੰਦੀ ਹੈ ਕਿ ਜਿੱਥੇ ਭਜਨ ਬੰਦਗੀ ਹੋ ਰਿਹਾ ਹੋਵੇ ਉੱਥੇ ਪ੍ਰਮਾਤਮਾ ਕਹਿੰਦਾ ਹੈ ਕਿ ਜਮਦੂਤ ਤਾਂ ਇੱਕ ਪਾਸੇ ਰਹੇ, ਈਵਨ ਮੈਂ ਵੀ ਉੱਥੇ ਨਹੀਂ ਜਾ ਸਕਦਾ, ਮੈਂ ਵੀ ਜਾਣਾ ਚਾਹਾਂ ਤਾਂ ਮੈਨੂੰ ਭਗਤ ਨੂੰ ਪੁੱਛਣਾ ਪੈਂਦਾ ਹੈ, ਔਰ ਬੱਚਾ ਮੇਰੀ ਭਗਤੀ ਕਰ ਰਿਹਾ। ਸੋ ਸੁਣੋ ਸਤਿਗੁਰ ਦੇ ਬਚਨ ਕੀ ਨੇ, ਸਟੈਂਡਿੰਗ ਆਰਡਰਸ ਨੇ ਪ੍ਰਮਾਤਮਾ ਦੇ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂਣ ਛੁਟੈ ਨਿਕਟ ਨਾ ਜਾਇਓ ਦੂਤ। ਸੰਤਾਂ ਮਾਨੋ ਦੂਤਾਂ ਡਾਨੋ
ਇਹ ਕੁਟਵਾਰੀ ਮੇਰੀ, ਇਹ ਕੁਟਵਾਰੀ ਮੇਰੀ। ਕਹਿੰਦੇ ਸੁਣੋ ਭਾਈ ਜਮਦੂਤੋ, ਜੈ ਸਾਧੂ ਗੋਬਿੰਦ ਭਜਨ, ਜਿੱਥੇ ਵਾਹਿਗੁਰੂ ਦਾ ਕੀਰਤਨ ਹੋ ਰਿਹਾ ਹੈ, ਕੀਰਤਨ ਨਾਨਕ ਨੀਤ ਤੇ ਨਿਤਾ ਪ੍ਰਤੀ ਜਿਵੇਂ ਬੱਚਾ ਇਹ ਕਰ ਰਿਹਾ ਹੈ ਨਾ, ਹਾਂ ਤੁਹਾਡੀ ਤੇ ਗੱਲ ਇੱਕ ਪਾਸੇ ਰਹੀ, ਮੈਂ ਨਹੀਂ ਉੱਥੇ ਐਂਟਰ ਕਰ ਸਕਦਾ, ਮੈਂ ਵੀ ਨਹੀਂ ਪੈਰ ਪਾ ਸਕਦਾ। ਨਾ ਹਾਂ ਨਾ ਨੇ ਨਾਲ ਆ, ਕਮਾਲ ਕੀਤੀ ਸਤਿਗੁਰਾਂ ਨੇ ਸ਼ਬਦ ਵਰਤਿਆ, ਆਮ ਆਪਣੇ ਘੱਟ ਹੀ ਵਰਤੋਂ ਚ ਆਉਂਦਾ ਹੈ। ਨਾ ਹਾਂ ਨਾ ਤੂੰ ਕੀ ਹੈ, ਇਹ ਜਿਹੜੇ ਸੈਲਸ ਨੇ, ਨਾ ਹਾਂ ਨਾ ਤੂੰ ਨੇ ਛੁੱਟੇ, ਤੂੰ ਤੈਨੂੰ ਛੱਡਿਆ ਨਹੀਂ ਜਾਏਗਾ, ਨਿਕਟ ਨਾ ਜਾਈਓ ਦੂਤ, ਸੰਤਾਂ ਮਾਨੋ, ਇਹ ਸੰਤ ਹੈ ਇੱਥੇ ਅੰਦਰ ਭਗਤੀ ਕਰ ਰਿਹਾ, ਦੂਤਾਂ ਡਾਨੋ, ਤੈਨੂੰ ਡੰਨ ਲਾਇਆ ਜਾਏਗਾ। ਇਹ ਕੁਟਵਾਰੀ ਮੇਰੀ, ਇਹ ਸਪੈਸ਼ਲ ਕੋਰਟ ਕ੍ਰੀਏਟ ਕੀਤੀ ਗਈ ਹੈ, ਜਿੱਥੇ ਨਾਮ ਸਿਮਰਨ ਵਾਲਿਆਂ ਨੂੰ ਪਾਰ ਲਗਾਇਆ ਜਾਏਗਾ ਔਰ ਤੇਰੇ ਵਰਗਿਆਂ ਨੂੰ ਪਿੱਛੇ ਕਰ ਦਿੱਤਾ ਜਾਏਗਾ। ਤੋ ਐਸੀ ਕਿਰਪਾ ਸਤਿਗੁਰ ਕਰਦੇ ਨੇ। ਔਰ ਇੱਥੇ ਹੀ ਡੇਲੀ ਬੇਸਿਸ ਦੇ ਉੱਤੇ ਇਮਿਊਨੋਗਲੋਬੁਲਿਨ, ਜਿਸ ਨੂੰ ਸਤਿਗੁਰ ਨੇ ਕਿਹਾ ਹੈ ਦਵਾਈ ਰਾਮ ਨਾਮ ਔਖਦ ਦਿਆ ਏਕਾ ਲਿਵ ਲਾਈ, ਕਿ ਬੱਚਾ ਲਿਵ ਚ ਲੱਗਾ ਹੈ। ਔਰ ਸਤਿਗੁਰ ਆਪ ਹੀ ਮਾਤਾ ਦੇ ਅੰਦਰ ਲਿੰਫੋਸਾਈਟਸ ਦੇ ਰਾਹੀਂ, ਬੀ ਲਿੰਫੋਸਾਈਟਸ ਰਾਹੀਂ ਇਮਿਊਨੋਗਲੋਬੁਲਿਨ ਬਣਾ ਕੇ ਸਾਇੰਟਿਸਟਾਂ ਨੇ ਮੇਜਰ ਕੀਤਾ ਹੈ ਕਿ ਅਰਾਊਂਡ 60 mg ਰਿਕੁਆਇਰਮੈਂਟ ਹੈ ਬੱਚੇ ਦੀ, ਜਿੰਨਾ ਚਿਰ ਉਹਦੀ ਹਾਈ ਹਾਫ ਲਾਈਫ ਹੈ ਇਮਿਊਨੋਗਲੋਬੁਲਿਨ ਦੀ, ਉਹਨਾਂ ਚਿਰ ਉਹ ਸਰਕੂਲੇਟ ਕਰਦਾ ਰਹਿੰਦਾ ਹੈ ਔਰ ਆਟੋਮੈਟਿਕਲੀ ਨੈਕਸਟ ਇੰਸਟਾਲਮੈਂਟ ਅੰਦਰ ਚਲੇ ਜਾਂਦੀ ਹੈ IgG ਦੀ। ਤੇ ਇਉਂ ਬੱਚੇ ਦੀ ਮਾਤ ਗਰਭ ਮੈਂ ਜਿਨੇ ਉਬਾਰਿਆ, ਰਕਤ ਕਿਰਮ ਮੈਂ ਨਹੀਂ ਸੰਘਾਰਿਆ। ਸਤਿਗੁਰ ਦੇ ਬੋਲ ਸੱਚ ਹੁੰਦੇ ਨੇ, ਸੰਘਾਰਨ ਤੋਂ ਭਾਵ ਹੈ ਵੀ ਤੈਨੂੰ ਗਲਣ ਸੜਨ ਨਹੀਂ ਦਿੱਤਾ, ਕਿਸੇ ਕਿਸਮ ਦੀ ਇਨਫੈਕਸ਼ਨ ਤੈਨੂੰ ਜਿਹੜੀ ਆ ਜੋ ਮਾਤਾ ਦੇ ਅੰਦਰ ਆ ਸਕਦੀ ਸੀ ਉਹਦੇ ਤੋਂ ਵੀ ਬਚਾਇਆ ਹੈ। ਔਰ ਜਿਸ ਵੇਲੇ ਫਿਰ ਬੱਚੇ ਦਾ ਜਨਮ ਹੋ ਜਾਂਦਾ ਹੈ, ਆਪ ਜੀ ਨੂੰ ਪਤਾ ਹੈ ਕਿ ਆਪਾਂ ਪਲਸੈਂਟਾ ਨੂੰ ਕਿਉਰਟ ਕਰਕੇ ਕੱਢ ਦਿੰਦੇ ਹਾਂ, ਤੋ ਇਹ ਰਾਮਕਾਰ ਦਾ ਸਰੂਪ, ਇਸ ਰਾਮਕਾਰ ਦਾ ਸਰੂਪ ਜਿਹੜਾ ਹੈ ਪ੍ਰੋਟੀਨ ਵਾਲੀ ਜਿਹੜੀ ਸੀ, ਇਹ ਸਮਾਪਤ ਹੋ ਜਾਂਦਾ ਹੈ। ਔਰ ਜਿੰਨਾ ਚਿਰ ਬੱਚੇ ਦੀ ਅਗਲੀ ਰਾਮਕਾਰ ਡਿਵੈਲਪ ਨਹੀਂ ਹੁੰਦੀ, ਕਿਉਂਕਿ ਬਚਪਨ ਤੋਂ ਫਿਰ ਡਿਵੈਲਪ ਹੋ ਕੇ ਰਾਮਕਾਰ ਨੇ ਫਿਰ ਜਿੰਨਾ ਚਿਰ ਅਸੀਂ ਸਰੀਰ ਨਹੀਂ ਛੱਡ ਜਾਂਦੇ ਉਹਨਾਂ ਚਿਰ ਫਿਰ ਸਾਡੇ ਨਾਲ ਰਹਿਣਾ, ਐਸੀ ਕਿਰਪਾ ਸਤਿਗੁਰ ਨੇ ਕੀਤੀ ਹੈ। ਔਰ ਉਸ ਸਮੇਂ ਤੱਕ 9-10 ਮਹੀਨੇ, ਸਾਲ, 1.5 ਸਾਲ ਤੱਕ ਡਾਕਟਰਸ ਕਹਿੰਦੇ ਨੇ ਕਿ ਬੱਚੇ ਨੂੰ ਮਾਤਾ ਆਪਣਾ ਜਿਹੜਾ ਹੈਗਾ ਬ੍ਰੈਸਟ ਫੀਡਿੰਗ ਕਰੇ, ਕਿਉਂਕਿ ਜਿਹੜਾ ਮਿਲਕ ਹੈ ਉਹਦੇ ਵਿੱਚ ਸਤਿਗੁਰ ਨੇ ਫਿਰ ਰਾਮਕਾਰ ਦਾ ਇੱਕ ਬੜਾ ਇੰਪੋਰਟੈਂਟ ਅੰਸ਼ ਪਾਇਆ ਹੈ, ਜਿਸ ਨੂੰ ਸੈਕੰਡ ਇਮਿਊਨੋਗਲੋਬੁਲਿਨ IgA ਕਿਹਾ ਜਾਂਦਾ ਹੈ। ਉਸ ਦੀ ਕਾਫੀ ਭਾਰੀ ਮਾਤਰਾ ਜਿਹੜੀ ਹੈ ਮਦਰਸ ਮਿਲਕ ਰਾਹੀਂ ਡੇਲੀ ਬੱਚੇ ਨੂੰ ਮਿਲਦੀ ਹੈ। ਔਰ ਜਿੰਨਾ ਚਿਰ ਬੱਚੇ ਦਾ ਆਪਣਾ ਇਮਿਊਨ ਸਿਸਟਮ ਜਿਹੜਾ ਉਹ ਪਕੜ ਨਹੀਂ ਕਰ ਜਾਂਦਾ, ਉਹ ਡਿਵੈਲਪ ਨਹੀਂ ਹੋ ਜਾਂਦਾ, ਉਹਨਾਂ ਚਿਰ ਇਹ ਸੋਲੂਬਲ ਰਾਮਕਾਰ ਜੋ ਹੈ, ਲਿਕੁਇਡ ਰਾਮਕਾਰ ਹੈ, ਜੋ ਜਿਸ ਤਰ੍ਹਾਂ ਇੱਥੇ IgG ਸੀ in addition to the 8-9 proteins, ਉਸੇ ਤਰ੍ਹਾਂ ਹੀ soluble IgA ਜਿਹੜੀ ਹੈ ਉਹ ਮਾਤਾ ਦੇ ਮਿਲਕ ਰਾਹੀਂ ਬੱਚੇ ਦੇ ਪਾਸ ਜਾਂਦੀ ਹੈ। ਤੋ ਐਸੇ ਢੰਗ ਨਾਲ ਜਿਸ ਵੇਲੇ ਅਸੀਂ ਵਿਦਿਆਰਥੀਆਂ ਦੇ ਪਾਸ ਗਏ, ਔਰ ਜਿਵੇਂ ਇਹ ਕੋਈ 15-20 ਲੈਕਚਰ ਦਾ ਜਿਹੜਾ ਸੀਗਾ ਇਹ ਸਮਾਨ ਸੀ, ਜਿਹੜਾ ਮੈਂ ਆਪ ਜੀ ਦੇ ਸਾਹਮਣੇ ਕੁਝ ਮਿੰਟਾਂ 'ਚ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਨਾਲ ਪੂਰਨ ਜਸਟੀਫਿਕੇਸ਼ਨ ਤੇ ਨਹੀਂ, ਕਿਉਂਕਿ ਬਹੁਤ ਸਾਰੀ ਸੰਗਤ ਭਾਵੇਂ ਮੈਡੀਕਲ ਸਾਈਡ ਦੀ ਹੈ, ਲੇਕਿਨ ਫਿਰ ਵੀ ਕੁਝ ਸੰਗਤ ਜਿਹੜੀ ਸੋਸ਼ਲ ਸਾਇੰਸ ਦੀ ਹੋਏਗੀ ਜਾਂ ਆਮ ਜੀਵਨ ਦੇ ਵਿੱਚੋਂ ਸਟੈਬਲਿਸ਼ ਆਪ ਜੀ ਸਤਸੰਗੀ ਜਨ ਬੈਠੇ ਹੋ, ਉਹ ਪੂਰੀ ਜਸਟੀਫਿਕੇਸ਼ਨ ਤਾਂ ਨਹੀਂ ਹੋ ਸਕਦੀ। ਲੇਕਿਨ ਸਟੂਡੈਂਟਸ ਨੇ ਇਸ ਚੀਜ਼, ਉਹਨਾਂ ਦੇ ਉੱਤੇ ਇੰਨਾ ਅਸਰ ਹੋਇਆ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਕਿ ਸਤਿਗੁਰ ਦੀ ਬਾਣੀ ਜਿਹੜੀ ਹੈ ਉਹ ਪੂਰਨ ਰੂਪ ਦੇ ਵਿੱਚ ਆਤਮਾ ਦੀ ਸਾਇੰਸ ਹੈ। ਔਰ ਉਹ ਸੈਂਚਰੀਜ਼ ਪਹਿਲਾਂ ਸਤਿਗੁਰ ਨੇ ਸਾਰੀਆਂ ਚੀਜ਼ਾਂ ਸਿੰਪਲ ਕਨਕਲੂਜਨਸ ਕੱਢ ਕੇ ਪੰਕਤੀਆਂ ਦੇ ਰੂਪ ਵਿੱਚ ਸਾਡੇ ਅੱਗੇ ਰੱਖ ਦਿੱਤੇ ਹਨ। ਔਰ ਇਸ ਚੀਜ਼ ਨੂੰ ਗੁਰਸਿੱਖ ਦੀ ਡਿਊਟੀ ਬਣ ਗਈ ਕਿ ਉਹਨੂੰ ਇਹਦੇ ਉੱਤੇ ਖੋਜ ਕਰਕੇ ਸਮੇਂ-ਸਮੇਂ ਆਸਾਨ ਢੰਗ ਦੇ ਨਾਲ ਬਾਇਓਲੋਜੀਕਲ ਸਾਇੰਸ ਨੂੰ ਜਾਂ ਸੋਸ਼ਲ ਸਾਇੰਸਿਸ ਨੂੰ ਜਾਂ ਮੈਡੀਕਲ ਸਾਇੰਸਿਸ ਨੂੰ ਜਾਂ ਫਿਜ਼ੀਕਲ ਸਾਇੰਸਿਸ ਨੂੰ ਇਹਨੂੰ ਸਮਝ ਕੇ ਤੇ ਸੰਗਤ ਤੱਕ ਖੜੇ, ਤਾਂ ਕਿ ਜਿਹੜਾ ਵਿਦਿਆਰਥੀ ਅੱਜ ਦਾ ਬੜੀ ਜਲਦੀ ਪ੍ਰਿੰਸੀਪਲ ਨੂੰ ਸਮਝਦਾ ਹੈ, ਉਸ ਨੂੰ ਆਪਣੀ ਬਾਣੀ ਦੇ ਨਾਲ ਵੀ ਪਿਆਰ ਹੋ ਜਾਵੇ ਔਰ ਉਹ ਬਾਣੀ ਤੇ ਬਾਣੇ ਦੋਵਾਂ ਦਾ ਧਾਰਨੀ ਹੋ ਜਾਵੇ, ਉਹ ਅੰਮ੍ਰਿਤ ਧਾਰੀ ਵੀ ਬਣ ਸਕੇ। ਕਿਉਂਕਿ ਜਿੰਨਾ ਚਿਰ ਤੁਸੀਂ ਕਿਸੇ ਦੀ ਪਰਸਨੈਲਿਟੀ ਤੋਂ ਨਹੀਂ ਇੰਪ੍ਰੈਸ ਹੁੰਦੇ, ਬਾਣੀ ਤੋਂ ਨਹੀਂ ਇੰਪ੍ਰੈਸ ਹੁੰਦੇ, ਜਾਂ ਤੁਹਾਡੇ ਸਾਹਮਣੇ ਉਹ ਜਿਹਾ ਜੀਵਨ ਨਹੀਂ ਆਉਂਦਾ, ਉਹਨਾਂ ਚਿਰ ਜੀਵਨ ਬਦਲ ਨਹੀਂ ਸਕਦਾ। ਜੀਵਨ ਨੂੰ ਵੇਖ ਕੇ ਹੀ ਜੀਵਨ ਬਦਲ ਸਕਦਾ ਹੈ। ਤੋ ਦਾਸ ਨੇ ਕਰੀਬ 32 ਬੈਚਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਾਏ, ਕਿਉਂਕਿ ਇਮਿਊਨੋਲੋਜੀ ਵਾਸ ਵਨ ਆਫ ਦੀ ਇੰਟਰਡਿਸਪਲਿਨਰੀ ਸਬਜੈਕਟ
ਇਹਦੇ ਵਿੱਚ 7 ਮਹਿਕਮੇ ਡਿਫਰੈਂਟ ਫਾਰਮੈਕੋਲੋਜੀ, ਬਾਇਓਟੈਕਨੋਲੋਜੀ, ਲਾਈਫ ਸਾਇੰਸਿਸ ਦੇ 5-7 ਡਿਪਾਰਟਮੈਂਟ ਉਹ ਸਾਰੇ ਪਾਰਟਿਸਿਪੇਟ ਕਰਦੇ ਸਨ। ਤਾਂ ਅੱਜ ਵੀ ਉਹ ਸਟੂਡੈਂਟਸ ਜਿਹੜੇ ਦਾਸ ਦੇ ਨਾਲ ਕਨੈਕਟਡ ਨੇ ਔਰ ਇਹਦਾ ਉਹਨਾਂ ਦੇ ਜੀਵਨ ਤੇ ਅਸਰ ਹੋਇਆ ਹੈ। ਉਹ ਉਹਨਾਂ ਦੇ ਸਾਰੇ ਬੱਚੇ ਜਿਹੜੇ ਨੇ ਗਾਂ ਕੇਸਾ ਧਾਰੀ ਨੇ ਔਰ ਉਹ ਜਿਵੇਂ ਜਿਵੇਂ ਉਹਨਾਂ ਦੀ ਅਵਸਥਾ ਉੱਪਰ ਨੂੰ ਆ ਰਹੀ ਹੈ ਬਾਣੀਆਂ ਕੰਠ ਕਰ ਰਹੇ ਨੇ ਔਰ ਦਾਸ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਔਰ ਸਮੇਂ-ਸਮੇਂ ਮੈਂ ਉਹਨਾਂ ਦੇ ਨਾਲ ਸੰਗਤ ਕਰਦਾ ਹਾਂ। ਪਰ ਇੱਥੇ ਇੱਕ ਹੀ ਮਤਲਬ ਜਿਹੜੀ ਆ ਬੇਨਤੀ ਸਮਝਣ ਦੀ ਲੋੜ ਹੈ ਕਿ ਸਤਿਗੁਰ ਦੀ ਬਾਣੀ ਨੂੰ ਇੰਝ ਨਾ ਸਮਝ ਲਿਆ ਜਾਵੇ ਪਈ ਕੋਈ ਸਾਇੰਸ ਦੇ ਨਾਲ ਇਸ ਦੇ ਨਾਲ ਕੋਈ ਛੇੜਛਾੜ ਕੀਤੀ ਜਾਂਦੀ ਹੈ। ਕਈ ਵਾਰੀ ਲੋਕ ਸਮਝ ਲੈਂਦੇ ਹਨ ਕਿ ਲਓ ਜੀ ਤੁਸੀਂ ਤੇ ਸਾਇੰਸ ਦੇ ਨਾਲ ਬਾਣੀ ਨੂੰ ਮਿਲਾ ਦਿੱਤਾ। ਫਿਰ ਦਾਸ ਨੂੰ ਦੱਸਦਾ ਹੈ ਕਿ ਦੁਨੀਆ ਦੇ ਮਹਾਨ ਸਾਇੰਟਿਸਟ ਪ੍ਰੋਫੈਸਰ ਦੋਸੇ ਨੂੰ ਜਿਸ ਵੇਲੇ ਇਸ ਕਨਸੈਪਟ ਦੀ ਨਿਸ਼ਾਨਦੇਹੀ ਮਿਲ ਗਈ ਤਾਂ ਇੱਕਦਮ ਉਹਨਾਂ ਨੇ 16 ਸਾਲ ਖੋਜ ਕਰਕੇ ਉਹ ਟੀਮ ਲੀਡ ਸਨ ਤੇ ਹੀ ਕੇਮ ਆਊਟ ਵਿਦ ਦੀ ਕਨਸੈਪਟ ਆਫ ਟ੍ਰਾਂਸਪਲਾਂਟੇਸ਼ਨ ਟੈਕਨੋਲੋਜੀ। HLA ਸਾਰਾ ਡਿਟਰਮਿਨ ਕਰ ਲਿਆ ਔਰ ਸਾਈਟੋਟੌਕਸਿਕ ਸੈਲਸ, ਟੀ ਲਿੰਫੋਸਾਈਟਸ ਉਹਨਾਂ ਦੇ ਮੋਲੀਕਿਊਲਸ ਮੇਜਰ ਕਰ ਲਏ। HLA ਮੋਲੀਕਿਊਲਸ ਉਹਨੇ ਕੱਢ ਲਏ ਤਦੇ ਉਹਨਾਂ ਦਾ ਨਾਂ HLA ਮੈਨ ਹੈ ਔਰ ਨੋਬਲ ਪ੍ਰਾਈਜ਼ ਉਹਨਾਂ ਨੂੰ 84 ਚ ਮਿਲਿਆ। 86 ਚ ਦਾਸ ਨੇ ਉਹਨਾਂ ਦੀ ਸੰਗਤ ਕੀਤੀ ਔਰ ਉਥੋਂ ਇਹ ਗਿਆਨ ਵੇਖ ਕੇ ਔਰ ਨਾਲ ਦੂਸਰੀ ਘਟਨਾ ਵੀ ਵੇਖੀ ਜਿਹੜੀ ਮੈਂ ਡਾਕਟਰ ਸਾਹਿਬ ਦੇ ਨਾਲ ਸ਼ੇਅਰ ਕੀਤੀ ਆ ਕਿ ਅਸੀਂ ਜਦੋਂ ਧਰਮ ਨੂੰ ਸਹੀ ਢੰਗ ਨਾਲ ਨਹੀਂ ਸਮਝ ਸਕਦੇ ਤੇ ਅਸੀਂ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੰਦੇ ਹਾਂ। ਉੱਥੇ ਰੌਲਾ ਪੈ ਗਿਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਨਾ ਲਓ, ਤੁਸੀਂ ਉਸ ਗ੍ਰੰਥ ਦਾ ਨਾਂ ਲਓ ਜੋ ਤੁਹਾਡੇ ਧਰਮ 'ਚ ਆ। ਤੇ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਫਿਰ ਲੋਕਾਂ ਨੇ ਸਮਝਾਇਆ, ਗੁਰਸਿੱਖਾਂ ਨੇ ਸਮਝਾਇਆ ਕਿ ਤੁਸੀਂ ਐਸੀ ਕਨਫਰੰਟੇਸ਼ਨ 'ਚ ਨਾ ਆਓ। ਇਹ ਜਿਹੜਾ ਤੁਹਾਡਾ ਵਿਦਿਆਰਥੀ ਹੈ ਮੇਰੇ ਵੱਲ ਇਸ਼ਾਰਾ ਕੀਤਾ, ਇਹ ਇਸ ਚੀਜ਼ ਨੂੰ ਆਪਣੇ ਢੰਗ ਨਾਲ ਪਹਿਲੋਂ ਆਪਣੇ ਲੋਕਾਂ ਦੇ ਵਿੱਚ ਜਾ ਕੇ ਇਹ ਗੱਲ ਕਰੇਗਾ ਆਪ ਜੀ ਦੀ ਔਰ ਫਿਰ ਹੌਲੀ-ਹੌਲੀ ਸਮੇਂ ਦੇ ਨਾਲ ਜੋ ਸਤਿਗੁਰ ਦੀ ਬਾਣੀ ਦੀ ਬੁਲੰਦੀ ਹੈ ਉਹ ਸੰਗਤ ਤੱਕ ਪਹੁੰਚਣੀ ਸ਼ੁਰੂ ਹੋ ਜਾਏਗੀ। ਔਰ ਦਾਸ ਉਸ ਦਿਨ ਤੋਂ ਕੋਸ਼ਿਸ਼ ਕਰ ਰਿਹਾ ਹੈ ਕਿ ਵੱਧ ਤੋਂ ਵੱਧ, ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਆਪ ਜੀ ਦਾ ਜਿਹੜਾ ਗਰੁੱਪ ਹੈ ਇਸ ਨੇ ਐਸਾ ਉਪਰਾਲਾ ਸ਼ੁਰੂ ਕੀਤਾ ਹੈ। ਇੱਥੇ ਇੰਟਰੈਕਸ਼ਨ ਕਰਕੇ ਦਾਸ ਦਾ ਗਿਆਨ ਹੋਰ ਵਧੇਗਾ ਔਰ ਆਪਾਂ ਰਲ ਕੇ ਕੋਈ ਜਿਸ ਤਰ੍ਹਾਂ ਡਾਕਟਰ ਹਰਸ਼ਿੰਦਰ ਜੀ ਨੇ ਉਸ ਦਿਨ ਬੇਨਤੀ ਕੀਤੀ ਹੈ ਸੰਗਤ ਦੇ ਸਾਹਮਣੇ ਕਿ ਸਤਿਗੁਰ ਦੀ ਬਾਣੀ ਵਾਸਤੇ ਔਰ ਉਹ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜਿਹੜਾ ਇੰਨਾ ਖਜ਼ਾਨਾ ਹੈ ਆਪ ਜੀ ਦੇ ਆਪਣੇ ਪਾਸ ਔਰ ਜਿਹੜਾ ਐਸਟੈਬਲਿਸ਼ਡ ਹੈ ਜਿਹਨੂੰ ਸਾਰੇ ਸੰਸਾਰ ਦੇ ਅੰਦਰ ਰੈਫਰ ਕੀਤਾ ਜਾਂਦਾ ਹੈ, ਐਸਾ ਕੋਈ ਇੰਸਟੀਟਿਊਸ਼ਨ ਹੋਂਦ ਵਿੱਚ ਆ ਜਾਵੇ ਤੇ ਉਹਦੇ ਵਿੱਚ ਜਿਹੜੀ ਹੈਗੀ ਇਹ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ ਕਿ ਜਿਹੜੇ ਸਬਜੈਕਟ ਵਿੱਚ ਦੋਸਤ ਬੈਠੇ ਹਨ, ਟੀਚਰਸ ਬੈਠੇ ਹਨ, ਡਾਕਟਰ ਸਾਹਿਬਾਨ ਬੈਠੇ ਹਨ, ਸਤਿਗੁਰ ਦੀ ਬਾਣੀ ਨੂੰ ਪੋਪੂਲਰਾਈਜ਼ ਕਰਕੇ ਇਹਦਾ ਜਿਹੜਾ ਪ੍ਰੈਕਟੀਕਲ, ਕਿਉਂਕਿ ਆਪ ਜੀ ਨਾਲ ਕਦੀ ਦਾਸ ਨੂੰ ਮੌਕਾ ਮਿਲਿਆ ਤਾਂ ਜਿਵੇਂ ਡਾਕਟਰ ਸਾਹਿਬ ਨੇ ਸ਼ੁਰੂ ਵਿੱਚ ਜ਼ਿਕਰ ਕੀਤਾ ਇੱਥੇ ਪਾਰਟਿਸਿਪੈਂਟ ਨੇ ਇੱਕ ਡਾਕਟਰ ਸਾਹਿਬ ਨੇ ਕਿ ਸਰਬ ਰੋਗ ਕਾ ਔਖਦ ਨਾਮ ਜੋ ਹੈ ਉਹ ਮਤਲਬ ਇੱਕ ਆਰਗੇਨਾਈਜੇਸ਼ਨ ਹੈ ਔਰ ਬਾਣੀ ਬਾਖੂਬੀ ਇਸ ਦਾ ਜ਼ਿਕਰ ਕਰਦੀ ਹੈ ਕਿ ਯਕੀਨ ਆ ਜਾਂਦਾ ਹੈ ਕਿ ਸਰਬ ਰੋਗ ਕਾ ਔਖਦ ਨਾਮ ਬੇਸਿਕਲੀ ਗੁਰਬਾਣੀ ਦੇ ਮੁਤਾਬਕ ਤੇ ਮੈਡੀਕਲ ਸਾਇੰਸ ਦੇ ਮੁਤਾਬਕ ਸਰੀਰ ਦੇ ਵਿੱਚ ਵਾਪਰ ਕਿਵੇਂ ਰਿਹਾ ਹੈ। ਔਰ ਉੱਥੇ ਸਤਿਗੁਰ ਤੁਸੀਂ ਹੈਰਾਨ ਹੋ ਜਾਓਗੇ ਵੈਕਸੀਨ ਦੀ ਗੱਲ ਕਰਦੇ ਹਨ, ਨਾਮ ਭਾਵੇਂ ਉਸਦਾ ਹੋਰ ਹੈ ਪਰ ਗੁਣਾਂ ਨੂੰ ਜਿਸ ਵੇਲੇ ਆਪਾਂ ਸਾਇੰਟੀਫਿਕਲੀ ਨੋਟ ਕਰਦੇ ਹਾਂ ਤਾਂ ਸਾਨੂੰ ਸਾਰਾ ਪਤਾ ਲੱਗ ਜਾਂਦਾ ਕਿ ਉਹ ਵੈਕਸੀਨ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਨੇ ਬ੍ਰਹਿਮੰਡ ਦੀ ਸਿਰਜਣਾ ਦੀ ਗੱਲ ਕੀਤੀ ਹੈ। ਕਿਹੜੇ ਟੌਪਿਕ ਦੀ ਗੱਲ ਕਰੀਏ, ਹਰ ਇੱਕ ਟੌਪਿਕ ਜੋ ਸੰਸਾਰ ਦੇ ਵਿੱਚ ਵਾਪਰ ਰਿਹਾ ਹੈ, ਕਿਉਂਕਿ ਸਤਿਗੁਰ ਦੀ ਬਾਣੀ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਹੈ ਔਰ ਪੂਰਨ ਰੂਪ ਦੇ ਵਿੱਚ ਉਹ ਤ੍ਰੈਕਾਲ ਦਰਸੀ ਹੈ, ਵਾਪਰ ਰਹੀ ਹੈ ਤਿੰਨਾਂ ਸਮਿਆਂ ਦੇ ਵਿੱਚ। ਔਰ ਇਸ ਨੂੰ ਅਗਰ ਆਪਾਂ ਜੋ ਇਹ ਸਾਇੰਸ ਹੈ ਕਿਸੇ ਵੀ ਕਿਸਮ ਦੀ ਇੰਟਰਡਿਸਪਲਿਨਰੀ ਅਪਰੋਚ ਦੇ ਨਾਲ ਸੰਗਤ ਤੱਕ ਪਹੁੰਚਾਉਣ ਦਾ ਉਪਰਾਲਾ ਜੇਕਰ ਕਰ ਸਕੇ ਤਾਂ ਦੇਖਿਓ ਤੁਸੀਂ ਕਿਵੇਂ ਇਸ ਚੀਜ਼ ਦੀ ਪਕੜ ਦੇ ਨਾਲ ਜੀਵਨ ਜਿਹੜੇ ਆ ਉਹ ਵਾਕਿਆ ਬਦਲਣਗੇ। ਔਰ ਜਿਹੜੀ ਲੋਕਾਂ ਦੀ ਇਹ ਆ ਕਿ ਪਤਾ ਨਹੀਂ ਇਹ ਜਿਹੜੀ ਆ ਗੁਰਬਾਣੀ ਦਾ ਅਸਰ ਵੀ ਹੋ ਸਕਦਾ ਕਿ ਨਹੀਂ ਹੋ ਸਕਦਾ, ਇਸ ਨੂੰ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਬਹੁਤ ਸਹਾਇਤਾ ਹੋਏਗੀ। ਜਿਵੇਂ ਟੂਲ ਦੀ ਆਪਾਂ ਗੱਲ ਕੀਤੀ ਆ, ਉਹ ਵਾਕਿਆ ਟੂਲ ਜਿਹੜਾ ਹੈ ਉਹ ਸਾਬਤ ਹੋ ਜਾਏਗਾ। ਜੀ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੁਸੀਂ